ਬਹੁਤ ਪਹਿਲਾਂ ਜੰਗਲ ਵਿੱਚ ਇੱਕ ਭੇੜੀਆ ਹੁੰਦਾ ਸੀ ਜਿਹੜਾ ਆਪਣੇ ਪਰਿਵਾਰ ਲਈ ਖਾਣਾ ਲੱਭ ਰਿਹਾ ਸੀ। ਜੰਗਲ ਵਿੱਚ ਉਹਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਲੱਭਣ ਤੇ ਉਹਨੂੰ ਝਾੜੀਆਂ ਦੇ ਪਿੱਛੇ ਇੱਕ ਛੋਟਾ ਜਿਹਾ ਜੁਆਕ ਮਿਲਿਆ। ਇਹ ਤਾਂ ਮਨੁੱਖ ਦਾ ਬੱਚਾ ਹੈ, ਭੇੜੀਆ ਚੌਂਕ ਕੇ ਬੋਲਿਆ। ਉਹ ਉਸ ਜੁਆਕ ਨੂੰ ਘਰ ਲੈ ਗਿਆ ਉਹਦੀ ਰੱਖਿਆ ਕਰਨ ਲਈ। ਜੰਗਲ ਦਾ ਬਾਘ ਸ਼ੇਰ ਖਾਨ ਇਹ ਦੇਖ ਕੇ ਨਾਰਾਜ਼ ਹੋਇਆ ਕਿਉਂਕਿ ਉਸ ਜੁਆਕ ਨੂੰ ਮਨੁੱਖਾਂ ਤੋਂ ਉਹ ਚੋਰੀ ਕਰਕੇ ਲਿਆਇਆ ਸੀ। ਭੇੜੀਏ ਦੇ ਪਰਿਵਾਰ ਨੂੰ ਇਹ ਜੁਆਕ ਬੜਾ ਪਿਆਰਾ ਲੱਗਿਆ। ਅਸੀਂ ਇਹਨੂੰ ਮੋਗਲੀ ਸੱਦਾਂਗੇ। ਉਸ ਦਿਨ ਤੋਂ ਮੋਗਲੀ ਆਪਣੇ ਭੇੜੀਏ ਭਰਾਵਾਂ ਦੇ ਨਾਲ ਰਹਿਣ ਲੱਗਾ। ਮਾਂ ਉਹਦਾ ਬੜਾ ਖਿਆਲ ਰੱਖਦੀ ਜਿਵੇਂ ਉਹਦਾ ਆਪਣਾ ਜੁਆਕ ਹੋਵੇ। ਬੜੀ ਛੇਤੀ ਉਹਦੀ ਸਾਰੇ ਜਾਨਵਰਾਂ ਨਾਲ ਦੋਸਤੀ ਹੋ ਗਈ। ਉਹ ਉਹਨਾਂ ਨਾਲ ਖੇਲਣ ਕੁੱਦਣ ਲੱਗਾ ਅਤੇ ਜੰਗਲ ਦਾ ਚੱਪਾ ਚੱਪਾ ਜਾਣ ਚੁੱਕਾ ਸੀ। ਐਸੇ ਦੌਰਾਨ ਸ਼ੇਰ ਖਾਨ ਮੋਗਲੀ ਉੱਤੇ ਦੂਰੋਂ ਨਜ਼ਰ ਰੱਖੇ ਹੋਏ ਸੀ ਅਤੇ ਮੌਕਾ ਲੱਭ ਰਿਹਾ ਸੀ ਕਿ ਕਦੋਂ ਉਹਨੂੰ ਫੜ ਸਕੇ। ਇੱਕ ਦਿਨ ਭੇੜੀਆ ਕਾਲਾ, ਭਾਲੂ ਬਲੂ ਅਤੇ ਤੇਂਦੂਆ ਬਗੀਰਾ ਮਿਲੇ ਮੋਗਲੀ ਦੀ ਗੱਲ ਕਰਨ ਲਈ। ਮਨੁੱਖ ਦੇ ਬੱਚੇ ਸਿਆਣੇ ਹੁੰਦੇ ਨੇ, ਕਿਉਂ ਨਾ ਉਹਨੂੰ ਜੰਗਲ ਦਾ ਬੱਚਾ ਬਣਾ ਲਈਏ। ਬੱਲੂ ਤੇ ਬਗੀਰਾ, ਤੁਸੀਂ ਦੋਨੋਂ ਉਹਦੀ ਰੱਖਿਆ ਕਰੋਗੇ ਤੇ ਉਹਨੂੰ ਜੰਗਲ ਦੇ ਤਰੀਕੇ ਸਿਖਾਓਗੇ। ਅਕੇਲਾ ਨੇ ਕਿਹਾ। ਕਈ ਸਾਲ ਬੀਤ ਗਏ। ਬੱਲੂ ਬਹੁਤ ਧਿਆਨ ਨਾਲ ਮਾਸਟਰੀ ਕਰ ਰਿਹਾ ਸੀ। ਉਸ ਨੇ ਉਹਨੂੰ ਫਲ ਲੱਭਣਾ ਤੇ ਸ਼ਹਿਦ ਕੱਢਣਾ ਸਿਖਾਇਆ। ਮੋਗਲੀ ਬੱਲੂ ਦੀਆਂ ਗੱਲਾਂ ਚੰਗੀ ਤਰ੍ਹਾਂ ਸੁਣਦਾ ਸੀ। ਹਰ ਰੋਜ਼ ਉਹ ਉੱਚੇ ਤੋਂ ਉੱਚੇ ਪੇੜ ਤੇ ਚੜ੍ਹ ਕੇ ਖਾਣਾ ਖਾਂਦਾ ਸੀ। ਬੱਲੂ ਨੇ ਉਹਨੂੰ ਜੰਗਲ ਦੀ ਆਵਾਜ਼ ਨੂੰ ਪਛਾਣਨਾ ਵੀ ਸਿਖਾਇਆ। ਉਹਨੂੰ ਮੋਗਲੀ ਉੱਤੇ ਨਾਜ਼ ਸੀ। ਕੀ ਭੱਜਦਾ ਸੀ ਮੋਗਲੀ ਤੇ ਕੀ ਤੈਰਦਾ ਸੀ। ਬਗੀਰਾ ਨੇ ਉਹਨੂੰ ਸਿਖਾਇਆ ਕਿਵੇਂ ਮਨੁੱਖ ਦੇ ਫੰਦਿਆਂ ਨੂੰ ਪਛਾਣੇ ਅਤੇ ਕਿੱਦਾਂ ਉਹਨਾਂ ਤੋਂ ਬਚੇ। ਇੱਕ ਦਿਨ ਇੱਕ ਨਿੱਕਾ ਭੇੜੀਆ ਇੱਕ ਫੰਦੇ ਵਿੱਚ ਫਸ ਗਿਆ। ਸ਼ੇਰ ਖਾਨ ਇਸ ਜੁਆਕ ਦਾ ਸ਼ਿਕਾਰ ਕਰਕੇ ਇਹਨੂੰ ਖਾਣਾ ਚਾਹੁੰਦਾ ਸੀ, ਪਰ ਉਸ ਤੋਂ ਇੱਕ ਕਦਮ ਪਹਿਲਾਂ ਮੋਗਲੀ ਨੇ ਉਹਨੂੰ ਬਚਾ ਲਿਆ। ਸ਼ੇਰ ਖਾਨ ਨੂੰ ਇਹ ਹਾਰ ਬੁਰੀ ਲੱਗੀ। ਬੱਲੂ ਨੇ ਮੋਗਲੀ ਨੂੰ ਖਤਰੇ ਵੇਲੇ ਲਾਉਣ ਵਾਲੀ ਆਵਾਜ਼ ਵੀ ਸਿਖਾਈ। ਮੋਗਲੀ ਨੂੰ ਇਹ ਵੀ ਚੇਤੇ ਹੋ ਗਿਆ ਜੰਗਲ ਦਾ ਕੋਈ ਵੀ ਜਾਨਵਰ ਮੋਗਲੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ। ਇਹ ਜਾਣ ਕੇ ਕਿ ਉਹ ਮੋਗਲੀ ਨੂੰ ਇਕੱਲਾ ਨਹੀਂ ਫੜ ਸਕੇਗਾ, ਸ਼ੇਰ ਖਾਨ ਜੰਗਲ ਦੇ ਸਭ ਤੋਂ ਖਤਰਨਾਕ ਜਾਨਵਰ ਬਾਂਦਰਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਮੋਗਲੀ ਦੇ ਬਾਰੇ ਦੱਸਿਆ। ਮੋਗਲੀ ਨੂੰ ਜੋ ਵੀ ਆਉਂਦਾ ਹੈ, ਜੇ ਉਹ ਸਾਨੂੰ ਸਿਖਾ ਦੇ ਤੇ ਅਸੀਂ ਸਭ ਨਾਲੋਂ ਸਿਆਣੇ ਜਾਨਵਰ ਬਣ ਜਾਵਾਂਗੇ। ਇੱਕ ਦਿਨ ਜਦੋਂ ਮੋਗਲੀ ਆਪਣੇ ਲਈ ਬਰਸਾਤੀ ਬਣਾ ਰਿਹਾ ਸੀ ਤੇ ਬਾਂਦਰ ਉਹਨੂੰ ਦੂਰ ਤੋਂ ਲੁਕ ਕੇ ਦੇਖ ਰਹੇ ਸੀ। ਉਹ ਉਹਨੂੰ ਕਿਡਨੈਪ ਕਰਨ ਦਾ ਮੌਕਾ ਪਾਲ ਰਹੇ ਸੀ। ਸ਼ਾਮ ਹੁੰਦੇ ਹੀ ਉਹ ਮੋਗਲੀ ਨੂੰ ਚੁੱਕ ਕੇ ਸੰਘਣੇ ਜੰਗਲ ਵਿੱਚ ਆਪਣੇ ਅੱਡੇ ਤੇ ਲੈ ਗਏ। ਉਹ ਹੁਣ ਬਾਂਦਰਾ ਬਚਾਲੇ ਸੀ। ਮੋਗਲੀ ਨੂੰ ਜਦ ਸਮਝ ਆਇਆ ਕਿ ਉਹਨੂੰ ਕਿਡਨੈਪ ਕੀਤਾ ਗਿਆ ਹੈ, ਉਹ ਸੋਚਣ ਲੱਗਿਆ ਉਹਨੂੰ ਕਿਸੇ ਵੀ ਤਰ੍ਹਾਂ ਬਗੀਰਾ ਤੇ ਬੱਲੂ ਨੂੰ ਖਬਰ ਦੇਣੀ ਹੋਵੇਗੀ। ਅਚਾਨਕ ਉਹਨੂੰ ਵਲਚਰ ਚੀਲ ਦਿਸਿਆ ਅਸਮਾਨ ਵਿੱਚ ਉੜਦਾ। ਉਹਨੂੰ ਖਤਰੇ ਵਾਲੀ ਆਵਾਜ਼ ਚੇਤੇ ਆਈ। ਆਪਣਾ ਖੂਨ ਇੱਕੋ ਰੰਗ ਲਾਲ ਲਾਲ। ਇਹ ਸੁਣਦੇ ਹੀ ਚੀਲ ਸਮਝ ਗਿਆ ਕਿ ਮੋਗਲੀ ਉਹਦਾ ਕੋਈ ਆਪਣਾ ਹੀ ਹੈ ਅਤੇ ਇਹ ਕਿ ਉਹ ਖਤਰੇ ਵਿੱਚ ਹੈ। ਮੇਰਾ ਨਾਮ ਮੋਗਲੀ ਹੈ। ਬੱਲੂ ਤੇ ਬਗੀਰਾ ਨੂੰ ਦੱਸੋਗੇ ਕਿ ਮੈਂ ਫਸਿਆ ਹੋਇਆ ਹਾਂ? ਬਿਲਕੁਲ, ਚੀਲ ਬੋਲਿਆ ਅਤੇ ਉਹਨੇ ਉੱਡੀ ਮਾਰੀ ਖਬਰ ਪਹੁੰਚਾਉਣ ਲਈ।
ਬਾਂਦਰ ਉਹਨੂੰ ਚੁੱਕ ਕੇ ਆਪਣੀ ਗੁਫਾ ਵਿੱਚ ਲੈ ਗਏ, ਬਾਂਦਰ ਨਗਰ ਵਿੱਚ। ਇਹ ਜੰਗਲ ਵਿੱਚ ਇੱਕ ਕਿਲਾ ਸੀ ਜਿਹਨੂੰ ਮਨੁੱਖ ਕਈ ਸਾਲ ਪਹਿਲਾਂ ਛੱਡ ਗਏ ਸੀ। ਮੋਗਲੀ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਫਾਇਦਾ ਨਹੀਂ ਹੋਇਆ। ਬਗੀਰਾ ਅਤੇ ਬੱਲੂ ਨੇ ਸੱਪ ਕੋਲੋਂ ਮਦਦ ਮੰਗੀ। ਉਹ ਤਿੰਨੋਂ ਬਾਂਦਰ ਨਗਰ ਵਿੱਚ ਇੱਕ ਮੂਰਤੀ ਦੇ ਪਿੱਛੇ ਲੁਕ ਗਏ। ਉਹਨਾਂ ਨੂੰ ਕਈ ਬਾਂਦਰ ਮੋਗਲੀ ਦੇ ਆੜੇ ਦੁਆੜੇ ਦਿਖ ਰਹੇ ਸੀ। ਉਹ ਮੋਗਲੀ ਨੂੰ ਬਚਾਉਣ ਦਾ ਮੌਕਾ ਲੱਭ ਰਹੇ ਸੀ ਅਤੇ ਮੌਕਾ ਆਂਦੇ ਹੀ ਕਾਂ ਬੋਲਿਆ, ਹੁਣੇ ਚਲੋ, ਸਹੀ ਮੌਕਾ ਹੈ। ਬਗੀਰਾ ਪਹਿਲਾਂ ਗਿਆ ਹੌਲੀ ਜਿਹੇ ਬਾਂਦਰਾਂ ਨੂੰ ਡਰਾਉਣ। ਫਿਰ ਉਹ ਆਪਣੇ ਪੰਜਿਆਂ ਨਾਲ ਬਾਂਦਰਾਂ ਤੇ ਵਾਰ ਕਰਨ ਲੱਗਾ। ਸਾਰੇ ਬਾਂਦਰ ਡਰ ਦੇ ਮਾਰੇ ਭੱਜੇ। ਉਹਨਾਂ ਵਿੱਚੋਂ ਇੱਕ ਨੇ ਬਾਕੀਆਂ ਨੂੰ ਬੁਲਾ ਲਿਆ। ਅਚਾਨਕ ਬਗੀਰਾ ਨੂੰ ਬਾਂਦਰਾਂ ਨੇ ਘੇਰ ਲਿਆ। ਬਾਂਦਰਾਂ ਨੇ ਮੋਗਲੀ ਨੂੰ ਫੜ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੋਗਲੀ ਨੂੰ ਬਗੀਰਾ ਦੇ ਲੜਨ ਦੀ ਆਵਾਜ਼ ਆ ਰਹੀ ਸੀ। ਉਹਨੂੰ ਚੇਤੇ ਸੀ ਕਿ ਖੰਡਰ ਦੇ ਥੱਲੇ ਪਾਣੀ ਦਾ ਕੁੰਡ ਹੈ ਅਤੇ ਉਹਨੂੰ ਇਹ ਵੀ ਪਤਾ ਸੀ ਕਿ ਬਾਂਦਰ ਪਾਣੀ ਤੋਂ ਡਰਦੇ ਨੇ। ਬਗੀਰਾ, ਛੇਤੀ ਪਾਣੀ ਵਿੱਚ ਛਾਲ ਮਾਰ। ਹੁਣ ਬੱਲੂ ਨੂੰ ਵੀ ਬਾਂਦਰਾਂ ਨੇ ਘੇਰ ਲਿਆ। ਬੱਲੂ ਆਪਣੇ ਨੂੰ ਬਚਾਉਣ ਲਈ ਆਪਣੇ ਪੰਜਿਆਂ ਨਾਲ ਲੜ ਰਿਹਾ ਸੀ। ਉਹ ਚੰਗਾ ਲੜ ਰਿਹਾ ਸੀ, ਪਰ ਬਾਂਦਰ ਬਹੁਤ ਜ਼ਿਆਦਾ ਸੀ ਅਤੇ ਬੱਲੂ ਕੱਲਾ ਪੈ ਗਿਆ। ਉੱਧਰ ਬਗੀਰਾ ਪਾਣੀ ਵਿੱਚ ਬੇਬਸ ਸੀ, ਆਪਣੇ ਦੋਸਤ ਦੀ ਮਦਦ ਨਹੀਂ ਕਰ ਪਾ ਰਿਹਾ ਸੀ। ਬੱਲੂ ਬਾਂਦਰਾਂ ਵਿੱਚ ਉਲਝਿਆ ਹੋਇਆ ਸੀ ਕਿ ਕਾਂ ਉੱਥੇ ਆਇਆ। ਕਾਂ ਨੇ ਆਪਣੀ ਪੂੰਛ ਨਾਲ ਬਾਂਦਰਾਂ ਨੂੰ ਚਪੇੜ ਮਾਰੀ ਅਤੇ ਉਹ ਸਾਰੇ ਭੱਜੇ। ਬਾਂਦਰ ਕਾਂ ਕੋਲੋਂ ਹਮੇਸ਼ਾ ਡਰਦੇ ਸੀ, ਉਹਦੇ ਸਾਹਮਣੇ ਟਿਕ ਨਹੀਂ ਪਾਉਂਦੇ ਸੀ। ਜਦੋਂ ਉਹ ਲੋਕ ਉੱਥੋਂ ਦੂਰ ਸੰਘਣੇ ਜੰਗਲ ਵਿੱਚ ਚਲੇ ਗਏ, ਬੱਲੂ ਆਜ਼ਾਦ ਹੋ ਗਿਆ। ਫਿਰ ਕਾਂ ਨੇ ਆਪਣੀ ਫੂਕ ਮਾਰੀ ਅਤੇ ਬਾਂਦਰ ਸਾਰੇ ਸੁੰਨ ਹੋ ਗਏ। ਉਹਨਾਂ ਦੀ ਆਵਾਜ਼ ਬੰਦ ਹੋ ਗਈ ਅਤੇ ਇੱਕਦਮ ਸੰਨਾਟਾ ਹੋ ਗਿਆ। ਮੌਕੇ ਦਾ ਫਾਇਦਾ ਚੁੱਕਦੇ ਹੋਏ ਬਗੀਰਾ ਪਾਣੀ ਤੋਂ ਬਾਹਰ ਨਿਕਲਿਆ। ਮੋਗਲੀ ਉਸ ਕਮਰੇ ਚੋਂ ਚਿল্ਲਾਇਆ, ਮੈਂ ਇੱਥੇ ਹਾਂ, ਇਸ ਕਮਰੇ ਵਿੱਚ। ਕਾਂ ਨੇ ਆਪਣੀ ਪੂੰਛ ਦੇ ਕੇ ਮਾਰੀ ਅਤੇ ਕੰਧ ਡਿੱਗ ਪਏ ਅਤੇ ਮੋਗਲੀ ਛਾਲ ਮਾਰ ਕੇ ਬਾਹਰ ਆਇਆ। ਬੱਲੂ ਨੇ ਉਹਨੂੰ ਗਲੇ ਲਾ ਲਿਆ। ਤੂੰ ਠੀਕ ਤਾਂ ਹੈ ਨਾ ਮੋਗਲੀ? ਹਾਂ, ਠੀਕ ਹਾਂ, ਪਰ ਭੁੱਖ ਲੱਗੀ ਹੈ ਬੜੀ। ਤੁਸੀਂ ਸਾਰਿਆਂ ਨੇ ਆਪਣੀ ਨਾ ਸੋਚ ਕੇ ਮੇਰੀ ਜਾਨ ਬਚਾਈ। ਤੁਸੀਂ ਨਾ ਹੁੰਦੇ ਤਾਂ ਇਹ ਨਾ ਹੁੰਦਾ। ਥੈਂਕ ਯੂ। ਮੋਗਲੀ, ਬੱਲੂ ਤੇ ਬਗੀਰਾ ਕਾਂ ਨੂੰ ਬਾਏ ਕਹਿ ਕੇ ਘਰ ਵੱਲ ਤੁਰ ਪਏ। ਹੁਣ ਸ਼ੇਰ ਖਾਨ ਨੂੰ ਇਹ ਗੱਲ ਸਮਝ ਆ ਗਈ ਕਿ ਜਿਹਦੇ ਰਿਸ਼ਤੇ ਇੰਨੇ ਮਜ਼ਬੂਤ ਹੋਣ, ਉਹ ਉਹਨੂੰ ਸੱਟ ਨਹੀਂ ਪੁਜਾ ਸਕਦਾ। ਉਹ ਆਪਣੇ ਘਰ ਨੂੰ ਪਰਤ ਗਿਆ, ਫੇਰ ਨਹੀਂ ਮੁੜਿਆ। ਕਈ ਸਾਲ ਲੰਘ ਗਏ ਅਤੇ ਮੋਗਲੀ ਇੱਕ ਗੱਭਰੂ ਜਵਾਨ ਬਣ ਗਿਆ ਸੀ। ਇੱਕ ਦਿਨ ਉਹ ਮਨੁੱਖਾਂ ਦੇ ਪਿੰਡ ਦੇ ਨੇੜੇ ਗਿਆ। ਉਹਨੂੰ ਇੱਕ ਜਨਾਨੀ ਦਿਸੀ ਜਿਨੇ ਉਹਨੂੰ ਪਛਾਣ ਲਿਆ। ਇਹ ਉਹ ਪੁੱਤਰ ਸੀ ਜਿਹਨੂੰ ਇੱਕ ਬਾਘ ਨੇ ਕਈ ਸਾਲ ਪਹਿਲਾਂ ਖੋਹ ਲਿਆ ਸੀ। ਉਹਨੇ ਉਹ ਜਵਾਕ ਮੋਗਲੀ ਨੂੰ ਦੇ ਦਿੱਤਾ। ਮੋਗਲੀ ਚੌਂਕ ਗਿਆ ਕਿਉਂਕਿ ਇਹ ਜਵਾਕ ਬਿਲਕੁਲ ਬਚਪਨ ਦਾ ਮੋਗਲੀ ਲੱਗਦਾ ਸੀ। ਤਾਂ ਉਹਨੂੰ ਸਮਝ ਆਇਆ ਕਿ ਉਹ ਜਵਾਕ ਉਹਦਾ ਭਰਾ ਅਤੇ ਉਹ ਜਨਾਨੀ ਉਹਦੀ ਮਾਂ ਹੈ। ਬੱਲੂ, ਬਗੀਰਾ ਅਤੇ ਕਾਂ ਉਹਨਾਂ ਨੂੰ ਦੇਖ ਰਹੇ ਸੀ। ਹੁਣ ਤੁਸੀਂ ਆਪਣੇ ਪਰਿਵਾਰ ਨਾਲ ਰਹਿ ਸਕਦੇ ਹੋ ਮੋਗਲੀ। ਲੋੜ ਹੋਵੇ ਜੇ ਸਾਡੀ ਮਹਿਸੂਸ ਤਾਂ ਆਵਾਜ਼ ਦੇ ਦੀ ਬਸ। ਤੁਸੀਂ ਸਾਡੇ ਭਰਾ ਹੋ, ਇੰਨਾ ਭੁੱਲੇ ਕਦੀ। ਗੁੱਡ ਬਾਏ ਮੋਗਲੀ। ਉਹਦੇ ਦੋਸਤਾਂ ਨੇ ਉਹਦੇ ਤੋਂ ਵਿਦਾ ਲਿੱਤੀ ਅਤੇ ਮੋਗਲੀ ਆਪਣੇ ਇਸ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਿਹਾ।
ਪਰ ਉਹ ਆਪਣੇ ਜੰਗਲ ਦੇ ਉਸ ਪਰਿਵਾਰ ਨੂੰ ਕਦੇ ਨਹੀਂ ਭੁੱਲਿਆ ਜਿਨ੍ਹਾਂ ਨਾਲ ਪਿਆਰ ਦਾ ਰਿਸ਼ਤਾ ਸੀ। ਬਹੁਤ ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ ਸਵੇਰੇ। और ताकत तो नहीं मेरे च पर मेरी सुरीली आवाज तो है। क्यों ना मैं बर्मन जाके उते गाने गा के पैसे कमावा। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। इधर रास्ते च क्यों सो रहा है भाई? मैं एक खून डॉग हाँ। उम्र बड़ी तो स्पीड घट हो गई। हुण मैं अपने मालिक नाल शिकार ते नहीं जांदा। फिर क्यों ना तू मेरे नाल चल। मैं बर्मन जा रहा सिंगर बनन। मेरा बैंड ज्वाइन कर ले तू। मैं मैंडोलिन बजावांगा ते तू ड्रम बजाई। ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੋਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। की गल है बिल्ली रानी, दुखी आत्मा लग रही है, की होया? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। फिर तो तेनू आना चाहिए साडे नाल। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? परमन उत्थे साडा एक बैंड होवेगा। असी म्यूजिक वाले हाँ। बिल्ली जनरली चंगे म्यूजिशियंस होंदे ने। तू हारमोनिका बजा बैंड च। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। कुक्कड़ जी, दोपहर हो गई है, अज सवेरे अलार्म नहीं बजिया सी क्या? कल संडे है ते मेरे मालिक ने कुछ दोस्तां नू खाने ते बुलाया है ते ओ मेरा चिकन तंदूरी बना के खाण वाले हैं। ता इत्थे अटके क्यों? भज क्यों नहीं जांदे? मैं जावां भी ते कित्थे जावां? अज लास्ट डे है मेरा ते सोचा जी भर के कुकड़ू कू कर ला। बस कर। हाँ। अपनी आवाज ऐदा ना खर्च कर। साडे नाल बर्मन चल। असी एक बैंड बना रहे हैं ते तेरी स्ट्रॉन्ग आवाज पसंद आई मन्नू। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। अज रात असी आजादी नाल सोवांगे। जदों उठेंगे एक नवा कल तैयार होगा साडे लिए। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। ਮੈਨੂੰ ਇੱਥੇ ਰੌਸ਼ਨੀ ਨਜ਼ਰ ਆ ਰਹੀ ਹੈ। ਲੱਗਦਾ ਕੋਲ ਹੀ ਕੋਈ ਘਰ ਹੈ। ਤਾਂ ਕਿਉਂ ਨਾ ਉੱਥੇ ਚਲੀਏ ਆਪਾਂ। ਮੈਨੂੰ ਐਦਾਂ ਜੰਗਲ ਵਿੱਚ ਸੌਣ ਦੀ ਆਦਤ ਨਹੀਂ ਹੈ। ਹਾਂ, ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੋਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ ਕੀ ਦਿਖ ਰਿਹਾ ਹੈ?
अरे भाइयों गजब हो गया, ਇੱਥੇ ਇੱਕ ਬਹੁਤ ਵੱਡਾ ਡਾइनिंग टेबल है। वाह जी वाह। तो उस टेबल पे खान पीन की चीज़ां भी हैं। ਹਾਏ ਮੇਰਾ ਤਾਂ ਲਾਰ ਟਪਕ ਰਹੀ ਹੈ। चलो चलो धावा बोलते हैं। रुको कुछ और भी है। हाँ 4 बंदूक वाले डकैत ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। क्यों आना सी ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੋਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ। ਭੱਜੋ ਏ ਜਾਨ ਲੈ ਲੈਂਗੇ। ਭੱਜੋ ਇੱਥੋਂ ਬਚਾਓ। ਭਾਗੋ ਰੇ ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ 4 ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ बेचारे। सब लाइट्स बंद करके सो गए। अद्धी रात हो चुकी सी। डकैतां ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखन। लंबू अंदर गया तां बिल्कुल हनेरा सी अते उहनूं रोशनी चाहीदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ ਗਾਉਂਦੇ ਬਜਾਉਂਦੇ ਹੋਏ। ਬਹੁਤ ਸਮੇਂ ਪਹਿਲਾਂ ਇੱਕ ਭੈਣ ਭਰਾ ਦੀ ਜੋੜੀ ਸੀ, ਹੈਂਸਲ ਤੇ ਗ੍ਰੇਟਲ। ਜਦੋਂ ਉਹ ਨਿੱਕੇ ਜਵਾਕ ਸੀ ਉਹਨਾਂ ਦੀ ਮਾਂ ਮਰ ਗਈ ਸੀ। ਉਹ ਆਪਣੇ ਬਾਪੂ ਜੀ ਨਾਲ ਜੰਗਲ ਵਿੱਚ ਇੱਕ ਝੋਪੜੇ ਵਿੱਚ ਰਹਿੰਦੇ ਸੀ। ਉਹਨਾਂ ਦੇ ਬਾਪੂ ਜੀ ਪੈਸੇ ਕਮਾਉਣ ਵਾਸਤੇ ਲੱਕੜੀਆਂ ਕੱਟਦੇ ਸੀ ਤੇ ਜਵਾਕਾਂ ਦੀ ਦੇਖਭਾਲ ਵੀ ਕਰਦੇ ਸੀ। ਕੰਮ ਦੀ ਖੇਚਲ ਤੇ ਜਵਾਕਾਂ ਦੀ ਦੇਖਭਾਲ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਵਾਰੀ ਫੇਰ ਵਿਆਹ ਕਰਨ ਦਾ ਫੈਸਲਾ ਕੀਤਾ। ਉਹਨਾਂ ਦੀ ਨਵੀਂ ਵਹੁਟੀ ਬੜੇ ਅਮੀਰ ਘਰ ਦੀ ਸੀ। ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਉਹ ਗਰੀਬ ਨੇ ਤੇ ਝੋਪੜੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ
ਆਪਣੇ ਮਤਰੇਈ ਜਵਾਕਾਂ ਤੋਂ ਵੀ ਨਫ਼ਰਤ ਸੀ। ਸਿਆਲਾਂ ਦੀ ਇੱਕ ਰਾਤ ਸੌਣ ਤੋਂ ਪਹਿਲਾਂ ਹੈਂਸਲ ਤੇ ਗ੍ਰੇਟਲ ਨੂੰ ਕੁਝ ਸੁਣਾਈ ਦਿੱਤਾ। ਉਹਨਾਂ ਦੀ ਨਵੀਂ ਮਾਂ ਉਹਨਾਂ ਦੇ ਬਾਪੂ ਨੂੰ ਕੁਝ ਬੋਲ ਰਹੀ ਸੀ। ਸਿਆਲਾਂ ਵਿੱਚ ਗੁਜ਼ਾਰਾ ਕਿਵੇਂ ਕਰਾਂਗੇ? ਖਾਣ ਦਾ ਸਮਾਨ ਘੱਟ ਪੈ ਜਾਊਗਾ। ਇਹਨਾਂ ਜਵਾਕਾਂ ਨੂੰ ਭਜਾਓ, ਵਰਨਾ ਅਸੀਂ ਸਾਰੇ ਮਰ ਜਾਵਾਂਗੇ। ਉਹਨਾਂ ਦੇ ਬਾਪੂ ਨੇ ਆਵਾਜ਼ ਚੁੱਕੀ, ਤੂੰ ਜਮਾ ਵੀ ਬਹਿਸ ਨਾ ਕਰ, ਕੱਲ ਇਹਨਾਂ ਨੂੰ ਕਿਤੇ ਦੂਰ ਲਿਜਾ ਕੇ ਛੱਡ ਦਵਾਂਗੇ। ਇਹ ਸੁਣ ਕੇ ਗ੍ਰੇਟਲ ਰੋਣ ਲੱਗ ਪਈ। ਹੈਂਸਲ ਨੇ ਉਹਨੂੰ ਚੁੱਪ ਕਰਾਇਆ। ਤੂੰ ਫਿਕਰ ਨਾ ਕਰ ਗ੍ਰੇਟਲ, ਅਸੀਂ ਘਰ ਦਾ ਰਸਤਾ ਲੱਭ ਲਾਂਗੇ। ਉਸ ਰਾਤ ਹੈਂਸਲ ਬਾਹਰ ਜਾ ਕੇ ਬਹੁਤ ਸਾਰੇ ਨਿੱਕੇ ਨਿੱਕੇ ਰੋੜੇ ਹਿੱਸੇ ਵਿੱਚ ਭਰ ਲਿਆਇਆ। ਅਗਲੀ ਸਵੇਰ ਉਹ ਸਾਰੇ ਘਰ ਤੋਂ ਦੂਰ ਜਾਣ ਲੱਗੇ। ਉਹਨਾਂ ਦੇ ਪਿਓ ਨੇ ਦੱਸਿਆ ਕਿ ਉਹ ਪਿਕਨਿਕ ਤੇ ਜਾ ਰਹੇ ਨੇ। ਤੁਰਦੇ ਤੁਰਦੇ ਹੋਲੀ ਜਿਹੇ ਹੈਂਸਲ ਰੋੜੇ ਡੇਗ ਡੇਗ ਕੇ ਨਿਸ਼ਾਨੀ ਬਣਾ ਰਿਹਾ ਸੀ। ਸ਼ਾਮ ਹੁੰਦੇ ਹੁੰਦੇ ਪਿਓ ਤੇ ਮਾਂ ਨਿਕਲ ਗਏ, ਇਹ ਕਹਿ ਕੇ ਕਿ ਉਹ ਹੁਣੇ ਆ ਜਾਣਗੇ, ਪਰ ਉਹ ਕਦੀ ਨਹੀਂ ਮੁੜੀਏ। ਰਾਤ ਪੈਂਦੇ ਹੀ ਜੰਗਲੀ ਜਾਨਵਰਾਂ ਦੀ ਆਵਾਜ਼ ਚਾਰ ਛਪੇਰੇ ਗੁੰਜਣ ਲੱਗ ਪਈ। ਇਹ ਸਭ ਸੁਣ ਸੁਣ ਕੇ ਹੈਂਸਲ ਤੇ ਗ੍ਰੇਟਲ ਉੱਥੇ ਅੱਗ ਬੋਲੀ ਬਹਿ ਗਏ, ਜਦੋਂ ਤੱਕ ਚੰਨ ਉੱਪਰ ਨਹੀਂ ਆਇਆ। ਹੁਣ ਉਹ ਆਪਣੇ ਸੁੱਟੇ ਹੋਏ ਰੋੜਿਆਂ ਨੂੰ ਭਾਲ ਭਾਲ ਕੇ ਘਰ ਵੱਲ ਤੁਰ ਪਏ। ਚੰਗਾ ਕੀਤਾ ਹੈਂਸਲ, ਤੂੰ ਕਿੰਨਾ ਸਿਆਣਾ ਹੈ। ਜਦੋਂ ਦੋਨੋਂ ਘਰ ਪਹੁੰਚੇ, ਬਾਪੂ ਜੀ ਹੈਰਾਨ ਰਹਿ ਗਏ ਪਰ ਖੁਸ਼ ਵੀ ਹੋਏ, ਤੇ ਮਾਂ ਵੀ ਐਦਾਂ ਵਿਖਾ ਰਹੀ ਸੀ ਜਿਵੇਂ ਉਹ ਵੀ ਖੁਸ਼ ਹੋਵੇ। ਤਿੰਨ ਦਿਨ ਬਾਅਦ ਉਹਨਾਂ ਦੀ ਮਾਂ ਨੇ ਫਿਰ ਉਹਨਾਂ ਨੂੰ ਮਗਰੋਂ ਲਾਣ ਦੀ ਕੋਸ਼ਿਸ਼ ਕੀਤੀ। ਇਸ ਵਾਰੀ ਉਹਨਾਂ ਨੇ ਰਾਤ ਨੂੰ ਦੋਨਾਂ ਦੇ ਬੂਹੇ ਬੰਦ ਕਰ ਦਿੱਤੇ ਤਾਂ ਕਿ ਹੈਂਸਲ ਦੁਬਾਰਾ ਰੋੜੇ ਚੁੱਕਣ ਨਾ ਜਾ ਸਕੇ। ਪਰ ਹੈਂਸਲ ਸੀ ਸਿਆਣਾ। ਇਸ ਵਾਰੀ ਜਾਂਦੇ ਹੋਏ ਉਹਨੇ ਬ੍ਰੈਡ ਦੇ ਟੋਟੇ ਆਪਣੇ ਖਿੱਸੇ ਵਿੱਚ ਰੱਖ ਲਏ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਗਿਆ। ਦੁਪਹਿਰ ਨੂੰ ਬਹਾਨੇ ਨਾਲ ਮਾਂ ਪਿਓ ਨਿਕਲ ਗਏ, ਫੇਰ ਦੋਨਾਂ ਨੂੰ ਛੱਡ ਗਏ। ਉਹਨਾਂ ਦੇ ਆਉਣ ਦੀ ਆਸ ਜਦੋਂ ਮੁੱਕ ਗਈ, ਹੈਂਸਲ ਤੇ ਗ੍ਰੇਟਲ ਸੂਰਜ ਡੁੱਬਣ ਤੋਂ ਪਹਿਲਾਂ ਤੁਰ ਪਏ। ਪਰ ਇਸ ਵਾਰੀ ਉਹਨਾਂ ਨੂੰ ਬ੍ਰੈਡ ਦੇ ਨਿਸ਼ਾਨ ਨਹੀਂ ਮਿਲੇ, ਕਿਉਂਕਿ ਸਾਰੀ ਬ੍ਰੈਡ ਤਾਂ ਚਿੜੀਆਂ ਚੁੱਕ ਗਈਆਂ ਸੀ। ਗ੍ਰੇਟਲ ਰੋ ਰਹੀ ਸੀ ਤੇ ਹੈਂਸਲ ਵੀ ਲਾਚਾਰ ਸੀ। ਇਸ ਵਾਰੀ ਇਹ ਦੋਨੋਂ ਗੁੰਮ ਗਏ, ਨਾ ਖਾਣਾ ਨਾ ਪੀਣਾ ਤੇ ਜਾਨ ਨੂੰ ਮੁਸੀਬਤ ਵੱਖਰੀ। ਉਹ 3 ਦਿਨ ਏਦਾਂ ਹੀ ਘੁੰਮਦੇ ਰਹੇ। ਤੀਜੇ ਦਿਨ ਉਹਨਾਂ ਨੂੰ ਇੱਕ ਬਹੁਤ ਚਿੱਟੀ ਚਿੜੀ ਦਿਸੀ। ਉਹਨੇ ਇਹਨਾਂ ਨੂੰ ਗਾ ਕੇ ਸੁਣਾਇਆ। ਉਸ ਘੜੀ ਆਪਣੀ ਭੁੱਖ ਭੁੱਲ ਕੇ ਉਸ ਚਿੜੀ ਦੇ ਮਗਰ ਗਏ ਤੇ ਪਿੱਛਾ ਕਰਦੇ ਹੋਏ ਪਹੁੰਚੇ ਇੱਕ ਅਜੀਬ ਜਿਹੇ ਘਰ ਦੇ ਬਾਹਰ। ਇਸ ਘਰ ਦੀ ਕੰਧ ਬ੍ਰੈਡ ਦੀ ਸੀ, ਛੱਤ ਕੇਕ ਦੀ ਤੇ ਬਾਰੀਆਂ ਬਣੀਆਂ ਸੀ ਟੋਫੀਆਂ ਦੀਆਂ, ਤੇ ਹਰ ਪਾਸੇ ਕਰੀਮ ਹੀ ਕਰੀਮ। ਹੈਂਸਲ ਤੇ ਗ੍ਰੇਟਲ ਖੁਸ਼ੀ ਦੇ ਮਾਰੇ ਕਮਲੇ ਹੋ ਗਏ। ਉਹ ਆਪਣੀ ਸਾਰੀ ਥਕਾਨ ਭੁੱਲ ਕੇ ਉਸ ਘਰ ਵੱਲ ਗਏ। ਜਿਵੇਂ ਇਹ ਕੁਝ ਖਾਣ ਲਈ ਗਏ, ਅੰਦਰੋਂ ਇੱਕ ਆਵਾਜ਼ ਆਈ, ਓਏ ਕੌਣ ਕੱਟ ਰਿਹਾ ਹੈ ਮੇਰੇ ਘਰ ਨੂੰ? ਉਹਨਾਂ ਨੂੰ ਬੂਹੇ ਉੱਤੇ ਇੱਕ ਬਹੁਤ ਪਿਆਰੀ ਜਿਹੀ ਦਾਦੀ ਮਾਂ ਦਿਖੀ। ਉਹਨਾਂ ਨੇ ਉਹਨੂੰ ਜੋ ਵੀ ਵਾਪਰਿਆ ਸੀ ਦੱਸਿਆ
ਉਹਨੇ ਦੋਨਾਂ ਨੂੰ ਅੰਦਰ ਬੁਲਾ ਲਿਆ। ਕਾਰ ਦਾ ਬਾਹਰ ਤੇ ਅੰਦਰ ਬਿਲਕੁਲ ਵੱਖਰਾ ਸੀ। ਅੰਦਰ ਹਨੇਰਾ ਸੀ ਤੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ, ਪਰ ਭੁੱਖ ਦੇ ਸਤਾਏ ਉਹਨਾਂ ਦੋਨਾਂ ਨੇ ਜ਼ਿਆਦਾ ਸੋਚਿਆ ਨਹੀਂ। ਉਸ ਜਨਾਨੀ ਨੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਿਲਾਈਆਂ, ਐਦਾਂ ਦੀਆਂ ਵੀ ਜੋ ਪਹਿਲਾਂ ਕਦੀ ਨਹੀਂ ਖਾਧੀਆਂ ਸੀ, ਤੇ ਰਾਤ ਨੂੰ ਜਿਹਦੇ ਉੱਤੇ ਸੁੱਤੇ ਉਹ ਬਿਸਤਰਾ ਵੀ ਇੰਨਾ ਨਰਮ। ਸਵੇਰੇ ਉੱਠੇ ਤਾਂ ਦੇਖਿਆ ਉਹ ਜਨਾਨੀ ਕਿੱਥੇ ਵੀ ਨਹੀਂ ਸੀ। ਉਹਨੂੰ ਲੱਭਣ ਲੱਗੇ ਦੋਨੋਂ। ਉੱਥੇ ਹੀ ਉਹਨਾਂ ਨੂੰ ਇੱਕ ਨਿੱਕਾ ਜਿਹਾ ਬੂਹਾ ਦਿਸਿਆ। ਅੰਦਰੋਂ ਗਏ ਤਾਂ ਸੰਦੂਕ ਭਰ ਕੇ ਖਜ਼ਾਨਾ ਪਿਆ ਸੀ। ਦੋਨੋਂ ਹੈਰਾਨ ਹੋ ਗਏ। ਹੈਂਸਲ ਹੋਰ ਕੋਲੋਂ ਦੇਖਣਾ ਚਾਹੁੰਦਾ ਸੀ। ਤਾਈਓ ਉਹਦੀ ਆਵਾਜ਼ ਫੇਰ ਆਈ, ਕਿਉਂ ਜੀ, ਕੀ ਕਰ ਰਹੇ ਹੋ? ਦੋਨੋਂ ਮੁੜੇ ਤਾਂ ਉਹ ਚੁੜੈਲ ਜਮੇ ਹੀ ਸਾਹਮਣੇ ਖੜੀ ਸੀ। ਪਤਾ ਲੱਗਿਆ ਕਿ ਉਹ ਜਨਾਨੀ ਚੁੜੈਲ ਸੀ, ਜਿਹੜੀ ਇਹ ਜਵਾਕਾਂ ਨੂੰ ਆਪਣੇ ਤਹਿਖਾਨੇ ਵਿੱਚ ਲਿਜਾਣ ਲਈ ਲਲਚਾ ਰਹੀ ਸੀ। ਉਹਨਾਂ ਨੇ ਭੱਜਣਾ ਚਾਹਿਆ ਪਰ ਬੂਹਾ ਬੰਦ ਸੀ। ਚੁੜੈਲ ਨੇ ਹੈਂਸਲ ਨੂੰ ਬਾਲਾਂ ਤੋਂ ਫੜਿਆ ਤੇ ਇੱਕ ਪਿੰਜਰੇ ਵਿੱਚ ਸੁੱਟ ਦਿੱਤਾ। ਚੁੜੈਲ ਗ੍ਰੇਟਲ ਨੂੰ ਰਸੋਈ ਵਿੱਚ ਲੈ ਕੇ ਗਈ। ਤੇਰਾ ਭਰਾ ਬਹੁਤ ਕਮਜ਼ੋਰ ਹੈ, ਉਹਨੂੰ ਮੋਟਾ ਕਰਨ ਵਾਸਤੇ ਖਾਣਾ ਬਣਾ। ਮੋਟਾ ਤਾਜ਼ਾ ਹੋਵੇਗਾ ਤਾਂ ਮੈਨੂੰ ਉਹਨੂੰ ਖਾਣ ਦਾ ਸਵਾਦ ਆਏਗਾ, ਪਰ ਤੂੰ ਕੁਛ ਨਾ ਖਾਈ, ਸਿਰਫ ਉਹ ਹੀ ਖਾਵੇਗਾ। ਗ੍ਰੇਟਲ ਨੂੰ ਉਹਦੀ ਗੱਲ ਮੰਨਣੀ ਪਈ। ਹੈਂਸਲ ਸੀਤਾ ਸਿਆਣਾ, ਉਹਨੇ ਜੁਗਤ ਲਗਾਈ ਚੁੜੈਲ ਨੂੰ ਉੱਲੂ ਬਣਾਉਣ ਵਾਸਤੇ। ਹਰ ਰਾਤ ਜਦੋਂ ਚੁੜੈਲ ਸੋ ਜਾਂਦੀ ਸੀ, ਉਹ ਪਿੰਜਰੇ ਦੇ ਥੱਲੇ ਇੱਕ ਟੋਇਆ ਪੁੱਟਦਾ ਸੀ। ਚੁੜੈਲ ਰੋਜ਼ ਸਵੇਰੇ ਦੇਖਦੀ ਸੀ ਕਿ ਹੈਂਸਲ ਮੋਟਾ ਹੋਇਆ ਕਿ ਨਹੀਂ। ਹੈਂਸਲ ਕੁਝ ਵੀ ਖਾਂਦਾ ਨਹੀਂ ਸੀ, ਸਗੋਂ ਸਾਰਾ ਖਾਣਾ ਟੋਏ ਵਿੱਚ ਸੁੱਟ ਰਿਹਾ ਸੀ। ਦੂਜੇ ਪਾਸੇ ਚੁੜੈਲ ਗ੍ਰੇਟਲ ਨੂੰ ਹੋਰ ਖਾਣਾ ਬਣਾਉਣ ਲਈ ਕਹਿ ਰਹੀ ਸੀ। ਕਈ ਦਿਨਾਂ ਤੱਕ ਏਦਾਂ ਹੀ ਚੱਲਦਾ ਰਿਹਾ। ਮੋਟਾ ਹੋਵੇ ਚਾਹੇ ਪਤਲਾ ਹੋਵੇ, ਅੱਜ ਤਾਂ ਮੈਂ ਹੈਂਸਲ ਪਾਈ ਬਣਾਉਂਗੀ ਹੀ, ਉਹਨੇ ਗ੍ਰੇਟਲ ਨੂੰ ਕਿਹਾ। ਓਵਨ ਵਿੱਚ ਦੇਖ, ਆਟਾ ਮਾੜਾ ਜਿਹਾ ਪੱਕਿਆ ਕਿ ਨਹੀਂ। ਉਹ ਡਰੀ ਹੋਈ ਤਾਂ ਸੀ, ਪਰ ਗ੍ਰੇਟਲ ਆਪਣੇ ਭਰਾ ਵਰਗੀ ਸਿਆਣੀ ਵੀ ਸੀ। ਉਹ ਸਮਝ ਗਈ ਕਿ ਚੁੜੈਲ ਉਹਨੂੰ ਓਵਨ ਵਿੱਚ ਧੱਕਾ ਦੇਣ ਦੀ ਸੋਚ ਰਹੀ ਸੀ। ਮੇਰਾ ਸਿਰ ਅੰਦਰ ਨਹੀਂ ਜਾ ਰਿਹਾ, ਆਟਾ ਦਿਖ ਨਹੀਂ ਰਿਹਾ, ਗ੍ਰੇਟਲ ਬੋਲੀ। ਚੁੜੈਲ ਨੇ ਆਪੇ ਆਪਣਾ ਸਿਰ ਅੰਦਰ ਕੀਤਾ। ਮੌਕੇ ਤੇ ਗ੍ਰੇਟਲ ਨੇ ਸਾਰਾ ਜ਼ੋਰ ਲਾ ਕੇ ਚੁੜੈਲ ਨੂੰ ਅੰਦਰ ਸੁੱਟ ਦਿੱਤਾ ਤੇ ਉਹਦਾ ਬੂਹਾ ਬੰਦ ਕਰ ਦਿੱਤਾ। ਗ੍ਰੇਟਲ ਨੂੰ ਪਤਾ ਸੀ ਚਾਬੀ ਕਿੱਥੇ ਰੱਖੀ ਹੈ। ਉਹ ਛੇਤੀ ਛੇਤੀ ਗਈ ਤੇ ਹੈਂਸਲ ਨੂੰ ਕੱਢਿਆ। ਓਵਨ ਵਿੱਚੋਂ ਅੱਗ ਨਿਕਲ ਕੇ ਸਾਰੇ ਘਰ ਵਿੱਚ ਭਰ ਗਈ ਸੀ। ਉਹ ਦੋਵੇਂ ਹੀ ਉੱਥੋਂ ਨਿਕਲ ਕੇ ਜੰਗਲ ਵੱਲ ਭੱਜੇ, ਪਰ ਕਿੱਥੇ ਜਾਈਏ ਇਹ ਉਹਨਾਂ ਨੂੰ ਵੀ ਨਹੀਂ ਪਤਾ ਸੀ। ਕੁਝ ਦੇਰ ਬਾਅਦ ਉਹਨਾਂ ਨੂੰ ਇੱਕ ਦਰਿਆ ਮਿਲਿਆ। ਇੱਕ ਬੜੀ ਜਿਹੀ ਬੱਤਖ ਨੇ ਉਹਨਾਂ ਨੂੰ ਉਹ ਦਰਿਆ ਪਾਰ ਕਰਾਇਆ। ਉਹਨਾਂ ਨੇ ਆਸੇ-ਪਾਸੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਉਹ ਕਿੱਥੇ ਨੇ। ਉਹ ਭੱਜੇ-ਭੱਜੇ ਘਰ ਪਹੁੰਚੇ। ਜਵਾਕਾਂ ਨੂੰ ਦੇਖ ਪਿਓ ਬਹੁਤ ਖੁਸ਼ ਹੋਇਆ। ਰੋਂਦੇ-ਰੋਂਦੇ ਪਿਓ ਨੇ ਉਹਨਾਂ ਨੂੰ ਦੱਸਿਆ ਕਿ ਜੰਗਲ ਵਿੱਚ ਛੱਡ ਕੇ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਦੀ ਮਾਂ ਆਪਣੇ ਪੇਕੇ ਚਲੀ ਗਈ ਤੇ ਉਹਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਲੱਭੇ ਹੀ ਨਹੀਂ। ਦੋਨੋਂ ਜਵਾਕ ਆਪਣੇ ਪਿਓ ਨੂੰ ਇੰਨਾ ਪਿਆਰ ਕਰਦੇ ਸੀ ਕਿ ਉਹਨਾਂ ਨੇ ਸਭ ਕੁਝ ਭੁਲਾ ਦਿੱਤਾ। ਪਰ ਉਹ ਆਪਣੇ ਪਿਓ ਲਈ ਇੱਕ ਸਰਪ੍ਰਾਈਜ਼ ਲੈ ਕੇ ਆਏ ਸੀ। ਉਹਨਾਂ ਨੇ ਆਪਣੇ ਖਿੱਸੇ ਵਿੱਚੋਂ ਢੇਰ ਸਾਰੇ ਹੀਰੇ ਮੋਤੀ ਕੱਢੇ, ਜਿਹੜੇ ਉਹਨੂੰ ਚੁੜੈਲ ਦੇ ਘਰ ਵਿੱਚ ਮਿਲੇ ਸੀ। ਪਿਓ ਇਹ ਵੇਖ ਕੇ
ਹੈਰਾਨ ਹੋ ਗਿਆ। ਉਹਨਾਂ ਦੇ ਪਰਿਵਾਰ ਨੂੰ ਫੇਰ ਕਦੀ ਕੋਈ ਤਕਲੀਫ ਨਹੀਂ ਹੋਈ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਇੱਕ ਸਮੇਂ ਦੀ ਗੱਲ ਹੈ, ਇੱਕ ਨਿੱਕੀ ਕੁੜੀ ਸੀ। ਉਹ ਹਮੇਸ਼ਾ ਰੈੱਡ ਕਲਰ ਦੀ ਰਾਈਡਿੰਗ ਹੁੱਡ ਪਾਉਂਦੀ ਸੀ। ਇਸ ਲਈ ਸਾਰੇ ਉਹਨੂੰ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾਉਂਦੇ ਸੀ। ਧੀਏ, ਹਾਂ ਮੰਮੀ। ਤੁਹਾਡੀ ਨਾਨੀ ਮਾਂ ਬਿਮਾਰ ਹੈ ਨਾ? ਤੁਸੀਂ ਉਹਨਾਂ ਵਾਸਤੇ ਇਹ ਤਾਜ਼ਾ ਕੁਕੀਜ਼ ਅਤੇ ਜੜੀ ਬੂਟੀਆਂ ਲੈ ਕੇ ਜਾਓਗੇ? ਬਿਲਕੁਲ ਜਾਵਾਂਗੀ ਮੈਂ ਮੰਮੀ। ਹਮੇਸ਼ਾ ਦੀ ਤਰ੍ਹਾਂ ਆਪਣਾ ਰੈੱਡ ਰਾਈਡਿੰਗ ਹੁੱਡ ਪਾ ਕੇ ਉਹ ਆਪਣੀ ਨਾਨੀ ਦੇ ਘਰ ਵੱਲ ਨੂੰ ਤੁਰ ਪਈ। ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਨਾ ਉਤਰੀ ਧੀਏ। ਲਿਟਲ ਰੈੱਡ ਰਾਈਡਿੰਗ ਹੁੱਡ ਹੱਸਦੇ ਗਾਉਂਦੇ ਆਪਣੇ ਰਸਤੇ ਜਾ ਰਹੀ ਸੀ। ਪਤਾ ਨਹੀਂ ਇਹਨੂੰ ਬੰਨੀ ਫੋਰੈਸਟ ਕਿਉਂ ਕਹਿੰਦੇ ਨੇ, ਮੈਨੂੰ ਤਾਂ ਇੱਕ ਵੀ ਬੰਨੀ ਨਹੀਂ ਦਿਸਿਆ। ਲਿਟਲ ਰੈੱਡ ਰਾਈਡਿੰਗ ਹੁੱਡ ਫੁੱਲਾਂ ਨਾਲ ਭਰੇ ਹੋਏ ਰਸਤੇ ਤੇ ਪਹੁੰਚੀ। ਰੰਗ ਬਰੰਗੇ ਕਈ ਤਰ੍ਹਾਂ ਦੇ ਫੁੱਲ ਸੀ। ਨਾਨੀ ਵਾਸਤੇ ਕੁਝ ਫੁੱਲ ਲੈ ਚਲਦੀ ਆ, ਬੜੀ ਖੁਸ਼ ਹੋ ਜਾਵੇਗੀ ਉਹ। ਫੁੱਲ ਚੁਗਦੇ ਹੋਏ ਧਿਆਨ ਨਹੀਂ ਰਿਹਾ ਉਹਨੂੰ ਕਿ ਉਹ ਆਪਣੇ ਰਸਤੇ ਤੋਂ ਥੱਲੇ ਉਤਰ ਗਈ ਸੀ। ਉਸੇ ਵੇਲੇ ਉਹਨੂੰ ਝਾੜੀਆਂ ਵਿੱਚੋਂ ਇੱਕ ਆਵਾਜ਼ ਆਈ। ਅਚਾਨਕ ਇੱਕ ਵੱਡਾ ਜਿਹਾ ਭੇੜੀਆ ਉਹਦੇ ਸਾਹਮਣੇ ਆ ਗਿਆ। ਉਹਨੂੰ ਵੇਖ ਕੇ ਲਿਟਲ ਰੈੱਡ ਰਾਈਡਿੰਗ ਹੁੱਡ ਇੰਨਾ ਡਰ ਗਈ ਕਿ ਉਹਦੇ ਹੱਥੋਂ ਬਾਸਕਟ ਡਿੱਗ ਪਈ। ਭੇੜੀਏ ਨੇ ਛੇਤੀ-ਛੇਤੀ ਬਾਸਕਟ ਵਿੱਚੋਂ ਕੁਕੀਜ਼ ਚੁੱਕੀਆਂ ਅਤੇ ਵਾਪਸ ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਦੇ ਦਿੱਤੀਆਂ। ਭੇੜੀਏ ਦੀ ਇਸ ਅੱਛਾਈ ਤੋਂ ਲਿਟਲ ਰੈੱਡ ਰਾਈਡਿੰਗ ਹੁੱਡ ਬਹੁਤ ਖੁਸ਼ ਹੋਈ। ਥੈਂਕ ਯੂ। ਕਿੱਥੇ ਜਾ ਰਹੀ ਏ ਕੁੜੀਏ? ਨਾਨੀ ਦੇ ਘਰ। ਇਸ ਜੰਗਲ ਦੇ ਆਖਿਰ ਵਿੱਚ ਯੈਲੋ ਕਲਰ ਦਾ ਘਰ ਹੈ। ਉਹਨਾਂ ਦੀ ਤਬੀਅਤ ਖਰਾਬ ਹੈ ਨਾ, ਮੈਂ ਕੁਕੀਜ਼ ਤੇ ਜੜੀ ਬੂਟੀਆਂ ਲੈ ਕੇ ਜਾ ਰਹੀ ਹਾਂ। ਤੁਸੀਂ ਮੈਨੂੰ ਸਾਰਿਆਂ ਦੀ ਤਰ੍ਹਾਂ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾ ਸਕਦੇ ਹੋ। ਤਾਂ ਮੈਂ ਪਹਿਲੇ ਪਹੁੰਚ ਕੇ ਤੁਹਾਡੀ ਨਾਨੀ ਨੂੰ ਦੱਸਦਾ ਤੁਸੀਂ ਆ ਰਹੇ ਹੋ, ਔਰ ਤੁਸੀਂ ਫੁੱਲ ਚੁਗਦੇ ਚੁਗਦੇ ਆਰਾਮ ਨਾਲ ਆਓ। ਉਸੇ ਵੇਲੇ ਉਹਨੂੰ ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਆਈ ਤੇ ਉਹ ਉਡਨਛੂ ਹੋ ਗਿਆ। ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਇੱਕਦਮ ਰੋਣਾ ਆ ਗਿਆ ਕਿਉਂਕਿ ਉਹ ਗਵਾਚ ਗਈ ਸੀ। ਉਹਦਾ ਰੋਣਾ ਸੁਣ ਕੇ ਇੱਕ ਸ਼ਿਕਾਰੀ ਉਹਦੇ ਕੋਲ ਆਇਆ। ਤੂੰ ਇੱਥੇ ਇਕੱਲੀ ਕੀ ਕਰ ਰਹੀ ਹੈ? ਇੱਥੇ ਬਹੁਤ ਖਤਰਾ ਹੈ। ਮੈਂ ਇੱਕ ਖੁੰਖਾਰ ਬੇੜੀ ਨੂੰ ਲੱਭ ਰਿਹਾ। ਕਾਫੀ ਵਕਤ ਤੋਂ ਉਹ ਭੱਜ ਰਿਹਾ ਹੈ। ਲਿਟਲ ਰੈੱਡ ਰਾਈਡਿੰਗ ਹੁੱਡ ਸ਼ਰਮਿੰਦਾ ਸੀ ਕਿਉਂਕਿ ਉਹਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਉਤਰ ਗਈ। ਇਸ ਕਰਕੇ ਉਹ ਸ਼ਿਕਾਰੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਤਾਂ ਬਸ ਮੇਰੀ ਨਾਨੀ ਮਾਂ ਬਿਮਾਰ ਹੈ, ਕੁਕੀਜ਼ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਗਵਾਚ ਗਈ। ਤੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਛੱਡ ਦੇਣਾ। ਉਹ ਨਾਲ-ਨਾਲ ਤੁਰ ਪਏ ਅਤੇ ਉਸੇ ਵੇਲੇ ਭੇੜੀਆ ਵੀ ਨਾਨੀ ਮਾਂ ਦੇ ਘਰ ਪਹੁੰਚ ਗਿਆ ਅਤੇ ਬੂਹੇ ਤੇ ਨੌਕ ਕੀਤਾ। ਨਾਨੀ ਮਾਂ ਨੇ ਸੱਦਿਆ, ਕੌਣ ਹੈ ਭਾਈ? ਮੈਂ ਆ ਨਾਨੀ ਮਾਂ, ਲਿਟਲ ਰੈੱਡ ਰਾਈਡਿੰਗ ਹੁੱਡ। ਮੈਂ ਕੁਕੀਜ਼ ਤਾਂ ਜੜੀ ਬੂਟੀਆਂ ਲੈ ਕਰ ਆਈ ਹਾਂ ਤੁਹਾਡੇ ਲਈ। ਬੂਹਾ ਖੁੱਲਾ ਹੈ ਧੀਏ, ਅੰਦਰ ਆ ਜਾ। ਭੇੜੀਆ ਅੰਦਰ ਵੜ ਗਿਆ। ਥੋੜੀ ਦੇਰ ਪਿੱਛੋਂ ਲਿਟਲ ਰੈੱਡ ਰਾਈਡਿੰਗ ਹੁੱਡ ਅਤੇ ਸ਼ਿਕਾਰੀ ਨਾਨੀ ਮਾਂ ਦੇ ਘਰ ਪਹੁੰਚੇ। ਜਾ ਕੁੜੀਏ, ਨਾਨੀ ਦੇ ਕੋਲ ਜਾ। ਹੰਟਰ ਆਪਣੇ ਰਸਤੇ ਤੁਰ ਗਿਆ। ਲਿਟਲ ਰੈੱਡ ਰਾਈਡਿੰਗ ਹੁੱਡ ਨੇ ਬੂਹੇ ਤੇ ਨੌਕ ਕੀਤਾ। ਕੌਣ ਹੈ ਭਾਈ?
मैं हाँ नानी माँ, लिटिल रेड राइडिंग हुड। बुआ खुला है धीए, अंदर आ जा। लिटिल रेड राइडिंग हुड कुछ पल ਲਈ हिचकिचाई क्योंकि आवाज नानी माँ तो थोड़ी वखरी लग रही सी। फिर ध्यान आया कि नानी माँ तो बीमार है। बीमार है ना नानी माँ, ताही आवाज ऐदा दी हो गई है। वो बूहा खोल के अंदर गई। भेड़िया सारे कपड़े, टोपी ते चश्मा भी नानी माँ दा पा के बिस्तरे ते पिया सी। उन्हें पर्दा खिंच के अंदर हनेरा किता होया सी ताकि लिटिल रेड राइडिंग हुड ओनू वेख ना सके। प्यारी धीए, एनी दूर चल के तू मेरे वास्ते खाना लेके आई? कोल ता आ धीए, तेनू गले ता मिला। छेती आ, एनी दूर क्यों है? लिटिल रेड राइडिंग हुड ने बास्केट थल्ले रखिया पर ज्यादा कोल नहीं गई क्योंकि नानी माँ कुछ वखरी दिस रही सी। तुहाडे हथ इन्ने लंबे किवें हो गए? ताकि तेरा हथ फड़ सका। ते इन्ने बड़े कन्न? तेरी प्यारी आवाज सुनन वास्ते। बड़िया बड़िया अखां? तेनू जी भर के वेखण वास्ते। ते इन्ने तीखे दंद नानी माँ? तेनू चब चब के खाण वास्ते। भेड़िए ने लिटिल रेड राइडिंग हुड वल छाल मारी। उसे वेले लिटिल रेड राइडिंग हुड नू पता लगया कि बिस्तरे ते नानी माँ नहीं बल्कि वो खूंखार भेड़िया सी। बचाओ बचाओ, मैनू बचाओ। शिकारी तक ओदी आवाज पहुंची ਅਤੇ ਉਹ ਭੱਜ ਕੇ ਉਸ ਘਰ ਤੱਕ ਗਿਆ। शिकारी ने बूहे दे अंदर जाके उस भेड़िए नू फड़ लिया। आखिर तू फड़िया गया खूंखार भेड़िए, हुण देखना मैं तैनू। शिकारी ने भेड़िए दे टिड विचों नानी मां नू बाहर कढ़िया। सानू बचाण लई बहुत बहुत धन्नवाद शिकारी अंकल। कोई गल नहीं, पर वादा कर कुड़िए कि हमेशा मम्मी दी गल मनेगी। नानी मां नू इन्नी भुख लगी सी कि वो सारी कुकीज खा गई, जड़ी बूटी दी दवाई बनाई ते छेती छेती ठीक हो गई। लिटिल रेड राइडिंग हुड ने वादा किता कि किसी खूंखार भेड़िए दी गल्लां विच वो कदे नहीं आवेगी। लिटिल रेड राइडिंग हुड कल्ली एक बारी जंगल विच खेल रही सी ਅਤੇ ਉਸੇ ਵੇਲੇ ਸਾਹਮਣੇ ਫਿਰ ਉਹੀ ਭੇੜੀਆ ਮਿਲਿਆ। ਭੇੜੀਏ ਨੂੰ ਹੰਟਰ ਨੇ ਜੰਗਲ ਦੀ ਸਫਾਈ ਕਰਨ ਦੀ ਸਜ਼ਾ ਦਿੱਤੀ ਸੀ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਵੇਖਦੇ ਹੀ ਉਸ ਨੂੰ ਆਪਣੀ ਕਰਨੀ ਤੇ ਸ਼ਰਮਿੰਦਗੀ ਮਹਿਸੂਸ ਹੋਈ। ਬਨੀ ਫੋਰੈਸਟ ਭਰ ਗਿਆ ਇੱਕ ਵਾਰੀ ਫੇਰ ਖੁਸ਼ੀਆਂ ਬਨੀ ਤੇ ਫੁੱਲਾਂ ਨਾਲ, ਬਿਲਕੁਲ ਉਦਾਂ ਜਿੱਦਾਂ ਪਹਿਲਾਂ ਹੁੰਦਾ ਸੀ। ਬਹੁਤ ਪਹਿਲਾਂ ਇੱਕ ਕੁੜੀ ਸੀ ਹਾਈਡੀ। ਉਹਦੇ ਪੇਰੈਂਟਸ ਦੇ ਗੁਜ਼ਰਨ ਤੋਂ ਬਾਅਦ ਉਹਦੀ ਆਂਟੀ ਨੇ ਉਹਦਾ ਖਿਆਲ ਰੱਖਿਆ। ਇੱਕ ਦਿਨ ਉਹ ਹਾਈਡੀ ਨੂੰ ਲੈ ਕੇ ਉਹਦੇ ਦਾਦਾ ਜੀ ਕੋਲ ਗਏ ਜਿਹੜੇ ਪਹਾੜਾਂ ਵਿੱਚ ਰਹਿੰਦੇ ਸੀ। ਦਾਦਾ ਜੀ ਪੂਰਾ ਚਿੜਚਿੜੇ ਸੁਭਾਅ ਦੇ ਬਜ਼ੁਰਗ ਸੀ ਜੋ ਇਕੱਲੇ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦੇ ਸੀ। ਇਹ ਪਹਿਲੀ ਵਾਰੀ ਸੀ ਕਿ ਹਾਈਡੀ ਆਪਣੇ ਦਾਦੂ ਨੂੰ ਮਿਲ ਰਹੀ ਸੀ। ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਮਿਲੀ ਹੈ ਇਹ ਕਹਿ ਕੇ ਆਂਟੀ ਹਾਈਡੀ ਨੂੰ ਦਾਦੂ ਕੋਲ ਛੱਡ ਕੇ ਚਲੀ ਗਈ। ਦਾਦੂ ਜਿਹੜੇ ਇੰਨੇ ਸਾਲਾਂ ਤੋਂ ਇਕੱਲੇ ਸੀ ਖੁਸ਼ ਸੀ ਕਿ ਉਹਨਾਂ ਦੀ ਪੋਤੀ ਹੁਣ ਉਹਨਾਂ ਦੇ ਨਾਲ ਹੈ, ਪਰ ਆਪਣੀ ਖੁਸ਼ੀ ਹਾਈਡੀ ਨੂੰ ਨਹੀਂ ਵਿਖਾਈ। ਉਹਨਾਂ ਨੇ ਹਾਈਡੀ ਲਈ ਸਟੋਰ ਰੂਮ ਵਿੱਚ ਇੱਕ ਪਿਆਰਾ ਜਿਹਾ ਬੈੱਡ ਲਗਾਇਆ। ਹਾਈਡੀ ਨੂੰ ਦਾਦੂ ਬੜੇ ਪਸੰਦ ਆਏ। ਇੱਥੇ ਪਹਾੜਾਂ ਵਿੱਚ ਉਹਨੂੰ ਖੁਸ਼ੀਆਂ ਮਿਲਣ ਵਾਲੀਆਂ ਸੀ। ਸਵੇਰੇ ਉੱਠਦੇ ਹੀ ਦਾਦੂ ਨੇ ਉਹਨੂੰ ਆਪਣੇ ਵੱਡੇ ਸਾਰੇ ਡੌਗੀ ਜੋਸਫ ਨਾਲ ਮਿਲਵਾਇਆ। ਹਾਈਡੀ ਨੂੰ ਜੋਸਫ ਬੜਾ ਚੰਗਾ ਲੱਗਿਆ। ਇੱਕ ਦਿਨ
ਪਹਾੜਾਂ ਵਿੱਚ ਘੁੰਮਦੇ ਹੋਏ ਉਹਨੂੰ ਪੀਟਰ ਮਿਲਿਆ। ਪੀਟਰ ਸੀ ਸ਼ੈਫਰਡ, ਜਿਹੜਾ ਆਪਣੀ ਬੱਕਰੀਆਂ ਨੂੰ ਘਾਹ ਚਰਾ ਰਿਹਾ ਸੀ। ਮੈਨੂੰ ਤੂੰ ਪਹਿਲੇ ਨਹੀਂ ਦਿਸੀ ਕਦੀ ਵੀ। ਹਾਂ, ਮੈਂ ਕੱਲ ਹੀ ਆਈ ਹਾਂ, ਹੁਣ ਦਾਦੂ ਦੇ ਨਾਲ ਰਹਾਂਗੀ। ਅਗਲੇ ਦਿਨਾਂ 'ਚ ਉਹ ਨਾਲ-ਨਾਲ ਪਹਾੜਾਂ ਵਿੱਚ ਘੁੰਮਣ ਫਿਰਨ ਲੱਗੇ। ਹਾਈਡੀ ਦੀ ਲਾਈਫ ਮਜ਼ੇਦਾਰ ਹੋ ਗਈ ਸੀ। ਉਹਨੂੰ ਪੀਟਰ ਬਹੁਤ ਪਿਆਰ ਕਰਦਾ ਸੀ। ਉਹਨੇ ਉਹਨੂੰ ਸ਼ੈਫਰਡ ਬਣਨਾ ਵੀ ਸਿਖਾਇਆ। ਪੂਰਾ ਦਿਨ ਪਹਾੜਾਂ ਵਿੱਚ ਦੌੜ ਭੱਜ ਕਰਕੇ ਹਾਈਡੀ ਖੁਸ਼ ਸੀ। ਪਰ ਉਹ ਦਾਦੂ ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦੀ ਸੀ। ਆਪਣੇ ਦਾਦੂ ਦੇ ਓਵਨ 'ਚ ਬ੍ਰੈਡ ਬੇਕ ਕਰਨਾ ਉਹਦਾ ਫੇਵਰਿਟ ਕੰਮ ਸੀ। ਉਹ ਬ੍ਰੈਡ ਬਣਾ ਕੇ ਪੀਟਰ ਦੀ ਦਾਦੀ ਨੂੰ ਦਿੰਦੀ ਸੀ ਤੇ ਬਦਲੇ ਵਿੱਚ ਪੀਟਰ ਦੀ ਦਾਦੀ ਉਹਨੂੰ ਬੱਕਰੀ ਦਾ ਤਾਜ਼ਾ ਦੁੱਧ ਪਿਲਾਉਂਦੀ ਸੀ। ਇੱਕ ਦਿਨ ਗਰਮੀ ਤੋਂ ਬਾਅਦ ਸਿਆਲਾਂ ਦਾ ਮੌਸਮ ਆ ਗਿਆ। ਪੀਟਰ ਦਾ ਸਕੂਲ ਜਾਣਾ ਸ਼ੁਰੂ ਹੋ ਗਿਆ ਤੇ ਹਾਈਡੀ ਕੱਲੀ ਪੈ ਗਈ। ਇੱਕ ਦਿਨ ਅਚਾਨਕ ਹਾਈਡੀ ਦੀ ਆਂਟੀ ਉਹਨੂੰ ਵਾਪਸ ਸ਼ਹਿਰ ਲੈ ਜਾਣ ਵਾਸਤੇ ਆਈ, ਉਹਨੂੰ ਘਰ ਵਿੱਚ ਪੜ੍ਹਾਉਣ ਤੇ ਕੰਮ ਕਰਾਉਣ ਵਾਸਤੇ। ਦਾਦੂ ਨੂੰ ਇਹ ਸੁਣ ਕੇ ਬੜਾ ਬੁਰਾ ਲੱਗਿਆ ਤੇ ਉਹ ਮੰਨੇ ਨਹੀਂ। ਪਰ ਜ਼ਰਾ ਸੋਚਣ ਤੇ ਉਹਨਾਂ ਨੂੰ ਲੱਗਿਆ ਕਿ ਹਾਈਡੀ ਦੇ ਵਾਸਤੇ ਇਹ ਹੀ ਚੰਗਾ ਰਹੇਗਾ ਕਿ ਉਹ ਸ਼ਹਿਰ ਜਾ ਕੇ ਪੜ੍ਹਾਈ ਲਿਖਾਈ ਕਰੇ। ਮੈਨੂੰ ਇੱਥੋਂ ਨਹੀਂ ਜਾਣਾ, ਮੈਨੂੰ ਦਾਦੂ ਦੇ ਕੋਲ ਹੀ ਰਹਿਣਾ ਹੈ। ਆਂਟੀ ਦੇ ਇਹ ਕਹਿਣ ਕਰਕੇ ਕਿ ਉਹ ਕੁਝ ਹੀ ਦਿਨਾਂ ਬਾਅਦ ਉਹਨੂੰ ਇੱਥੇ ਵਾਪਸ ਲੈ ਆਵੇਗੀ, ਹਾਈਡੀ ਮੰਨ ਗਈ। ਟ੍ਰੇਨ ਵਿੱਚ ਲੰਬਾ ਸਫ਼ਰ ਤੈਅ ਕਰਕੇ ਉਹ ਇੱਕ ਮਹਿਲ ਵਰਗੇ ਘਰ ਵਿੱਚ ਪਹੁੰਚੇ। ਇੰਨਾ ਵੱਡਾ ਘਰ, ਮੈਂ ਕਿ ਇਸ ਘਰ 'ਚ ਰਹਿਣ ਵਾਲੀ ਹਾਂ। ਹਾਈਡੀ ਘਰ ਦੀ ਪਿਆਰੀ ਕਲਾਰਾ ਨੂੰ ਮਿਲੀ। ਕਲਾਰਾ ਤੁਰ ਨਹੀਂ ਸਕਦੀ ਸੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ। ਆਂਟੀ ਹਾਈਡੀ ਨੂੰ ਇੱਥੇ ਲੈ ਕੇ ਆਈ ਸੀ ਤਾਂ ਕਿ ਕਲਾਰਾ ਨੂੰ ਇੱਕ ਦੋਸਤ ਮਿਲ ਜਾਵੇ। ਇਹ ਦੋਨੋਂ ਪਰੀਆਂ ਬਹੁਤ ਜਲਦੀ ਬੈਸਟ ਫਰੈਂਡਸ ਬਣ ਗਈਆਂ। ਹਾਈਡੀ ਦੇ ਢੰਗ ਵੱਖਰੇ ਸੀ ਤੇ ਕਲਾਰਾ ਉਹਦੀ ਗਲਤੀਆਂ ਦੇ ਖੂਬ ਮਜ਼ੇ ਲੈਂਦੀ ਸੀ। ਕਲਾਰਾ ਦੀ ਦਾਦੀ ਬੜੀ ਡਾਢੀ ਸੀ। ਕਲਾਰਾ ਦੀ ਦਾਦੀ ਹਾਈਡੀ ਨੂੰ ਬਹੁਤ ਕੁਝ ਸਿਖਾ ਰਹੀ ਸੀ, ਜਿਵੇਂ ਢੰਗ ਨਾਲ ਬੈਠਣਾ, ਉੱਠਣਾ ਤੇ ਕਾਂਟੇ ਛੁਰੀ ਨਾਲ ਖਾਣਾ ਖਾਣਾ। ਹੁਣ ਹਾਈਡੀ ਕੱਪੜੇ ਵੀ ਸ਼ਹਿਰ ਵਾਲਿਆਂ ਵਰਗੀ ਪਾਉਣ ਲੱਗ ਪਈ ਸੀ, ਪਰ ਉਹਦੇ ਵਿੱਚ ਆਰਾਮ ਨਹੀਂ ਮਿਲ ਰਿਹਾ ਸੀ ਉਹਨੂੰ। ਕਲਾਰਾ ਵੀ ਹਾਈਡੀ ਨੂੰ ਪੜ੍ਹਨਾ ਲਿਖਣਾ ਸਿਖਾ ਰਹੀ ਸੀ। ਹਾਈਡੀ ਨੂੰ ਕਲਾਰਾ ਦੇ ਨਾਲ ਰਹਿਣਾ ਚੰਗਾ ਤੇ ਲੱਗ ਰਿਹਾ ਸੀ, ਪਰ ਉਹਨੂੰ ਪਹਾੜਾਂ ਤੇ ਦਾਦੂ ਦੀ ਬਹੁਤ ਯਾਦ ਆਉਂਦੀ ਸੀ। ਐਨੀ ਯਾਦ ਕਿ ਉਹਨੂੰ ਖਾਣਾ ਵੀ ਨਹੀਂ ਚੰਗਾ ਲੱਗਦਾ ਸੀ। ਕਲਾਰਾ ਦੇ ਦਾਦੀ ਤੇ ਪਾਪਾ ਨੂੰ ਹਾਈਡੀ ਦੇ ਦੁੱਖ ਦਾ ਅਹਿਸਾਸ ਹੋਇਆ। ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵਾਪਸ ਉਹਦੇ ਦਾਦੂ ਕੋਲ ਭੇਜਣ ਦਾ। ਕਲਾਰਾ ਉਦਾਸ ਹੋ ਗਈ ਕਿਉਂਕਿ ਹਾਈਡੀ ਜਾਣ ਵਾਲੀ ਸੀ। ਪਿਆਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਚਾਹੁੰਦੇ ਹੋ, ਕਿਸੇ ਵੀ ਕੀਮਤ ਤੇ ਵਕਤ ਆ ਗਿਆ ਗੁੱਡ ਬਾਏ ਕਹਿਣ ਦਾ। ਹਾਈਡੀ ਦੀ ਆਂਟੀ ਨੇ ਕਿਹਾ ਕਿ ਕਲਾਰਾ ਉਹਨੂੰ ਮਿਲਣ ਅਗਲੇ ਸਾਲ ਪਹਾੜਾਂ ਵਿੱਚ ਆਵੇਗੀ। ਪਹਾੜਾਂ ਵਿੱਚ ਆਂਦੇ ਹੀ ਜਿਵੇਂ ਉਹਨੂੰ ਜ਼ਿੰਦਗੀ ਵਾਪਸ ਮਿਲ ਗਈ। ਉਹ ਰਸਤੇ ਵਿੱਚ ਪੀਟਰ ਦੇ ਘਰ ਗਈ ਤੇ ਉਹਦੀ ਦਾਦੀ ਨੂੰ ਕਲਾਰਾ ਦਾ ਦਿੱਤਾ ਹੋਇਆ ਬ੍ਰੈਡ ਦਿੱਤਾ। ਆਪਣਾ ਸ਼ਹਿਰ ਵਾਲਾ ਡਰੈਸ ਉੱਥੇ ਛੱਡ ਕੇ ਉਹ ਭੱਜ ਕੇ ਦਾਦੂ ਨੂੰ ਮਿਲਣ ਗਈ ਤੇ ਉਹਨਾਂ ਨੂੰ ਹੁੱਟ ਕੇ ਜੱਫੇ ਪਾ ਲਏ। ਹਾਈਡੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਉਹਨੂੰ ਇੱਕ ਚਿੱਠੀ ਮਿਲੀ ਕਿ ਕਲਾਰਾ ਉਹਨੂੰ ਮਿਲਣ ਆ ਰਹੀ ਹੈ। ਕਲਾਰਾ ਨੂੰ ਪਹਾੜ ਤੇ ਪੀਟਰ ਦੋਨੋਂ ਪਸੰਦ ਆਏ, ਪਰ ਪੀਟਰ ਜਰਾ ਅਨਮਨਾ ਜਿਹਾ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਲਾਰਾ ਹਾਈਡੀ ਨੂੰ ਆਪਣੇ ਨਾਲ ਫੇਰ ਸ਼ਹਿਰ ਲੈ ਜਾਵੇਗੀ। ਇਹ ਤਿੰਨੋਂ ਮਿਲ ਕੇ ਬਹੁਤ ਮौज ਮਸਤੀ ਕਰ ਰਹੇ ਸੀ। ਪਹਾੜਾਂ ਦੀ ਤਾਜ਼ੀ ਹਵਾ, ਫਲ, ਸਬਜ਼ੀ ਕਲਾਰਾ ਦੀ ਸਿਹਤ ਵਾਸਤੇ ਬਹੁਤ ਚੰਗੇ ਸੀ, ਪਰ ਪੀਟਰ ਨੂੰ ਕਲਾਰਾ ਨਾਲ ਜਲਨ ਹੋਣ ਲੱਗੀ ਕਿਉਂਕਿ ਉਹ ਹਾਈਡੀ ਦੀ ਬੈਸਟ ਫਰੈਂਡ ਸੀ। ਪੀਟਰ ਨੂੰ ਕਲਾਰਾ ਨੂੰ ਵੀਲਚੇਅਰ ਤੇ ਬਿਠਾਣਾ ਤੇ ਘੁਮਾਉਣਾ ਵੀ ਨਹੀਂ ਪਸੰਦ ਸੀ। ਇੱਕ ਦਿਨ ਉਹਨੇ ਕਲਾਰਾ ਦੀ ਵੀਲਚੇਅਰ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ
ਉਹਨੂੰ ਲੱਗਿਆ ਕਿ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ। ਤਾਜ਼ੀ ਹਵਾ ਦੇ ਸਹਾਰੇ ਤੇ ਬਿਨਾਂ ਵੀਲ ਚੇਅਰ ਤੋਂ ਕਲਾਰਾ ਵਿੱਚ ਕਾਫੀ ਤਾਕਤ ਆ ਗਈ ਤੇ ਉਹ ਹਾਈਡੀ ਨਾਲ ਹੌਲੀ-ਹੌਲੀ ਤੁਰਨ ਲੱਗ ਪਈ ਤੇ ਫਿਰ ਆਪੇ ਬਿਨਾਂ ਕਿਸੇ ਸਹਾਰੇ ਤੁਰਨ ਲੱਗ ਪਈ। ਮੈਂ ਤੁਰ ਰਹੀ ਹਾਂ ਹਾਈਡੀ, ਇਹ ਸਭ ਤੇਰੀ ਵਜ੍ਹਾ ਨਾਲ। ਇੱਕ ਦਿਨ ਕਲਾਰਾ ਦੀ ਦਾਦੀ ਤੇ ਪਾਪਾ ਉੱਥੇ ਆਏ ਤੇ ਚੌਂਕ ਗਏ ਉਹਨੂੰ ਤੁਰਦੇ ਹੋਏ ਵੇਖ। ਉਹਨਾਂ ਨੇ ਦਾਦੂ ਤੇ ਹਾਈਡੀ ਨੂੰ ਜੀ ਭਰ ਕੇ ਥੈਂਕ ਯੂ ਕਿਹਾ। ਉਸੇ ਵੇਲੇ ਪੀਟਰ ਨੂੰ ਆਪਣੇ ਕਿੱਤੇ ਤੇ ਪਛਤਾਵਾ ਹੋਇਆ। ਉਹਨੇ ਕਲਾਰਾ ਦੀ ਵੀਲਚੇਅਰ ਨੂੰ ਸੁੱਟਣਾ ਕਬੂਲ ਕੀਤਾ। ਮੈਂ ਤੁਹਾਡੇ ਸਾਰੇ ਨਾਲ ਮਾਫੀ ਚਾਹੁੰਦਾ, ਬਹੁਤ ਗਲਤ ਕੀਤਾ ਮੈਂ। ਮਾਫ ਤਾਂ ਕਰਾਂਗੀ ਹੀ ਹੈ ਨਾ ਕਲਾਰਾ, ਭਲੇ ਹੀ ਤੂੰ ਗਲਤ ਕੀਤਾ ਪਰ ਉਹਦਾ ਤੁਰਨਾ ਸਭ ਤੋਂ ਬੜੀ ਖੁਸ਼ੀ ਹੈ। ਸਭ ਖੁਸ਼ੀ ਨਾਲ ਹੱਸ ਪਏ। ਕਲਾਰਾ ਤੇ ਉਸਦੇ ਪਰਿਵਾਰ ਨੇ ਅਗਲੇ ਸਾਲ ਫੇਰ ਆਉਣ ਦਾ ਵਾਅਦਾ ਕੀਤਾ ਤੇ ਉਹ ਸਾਰੇ ਨਾਲ-ਨਾਲ ਹਮੇਸ਼ਾ ਖੁਸ਼ ਰਹੇ। ਬਹੁਤ ਪਹਿਲਾਂ 3 ਪਿਗਲੈਟਸ ਆਪਣੀ ਮਾਂ ਦੇ ਨਾਲ ਇੱਕ ਨਿੱਕੇ ਜਿਹੇ ਘਰ ਵਿੱਚ ਰਹਿੰਦੇ ਸੀ। ਸਮੇਂ ਆ ਗਿਆ ਸੀ ਕਿ ਹੁਣ ਉਹ ਘਰ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਬਸਾਉਣ ਆਪਣੇ ਆਪ। ਉਹਨਾਂ ਦੀ ਮਾਂ ਨੇ ਤਿੰਨਾਂ ਨੂੰ ਆਪਣੇ ਕੋਲ ਬੁਲਾਇਆ। ਮੇਰੇ ਜਵਾਕੋ, ਹੁਣ ਸਮੇਂ ਆ ਗਿਆ ਹੈ ਕਿ ਤੁਸੀਂ ਦੁਨੀਆ ਵੇਖੋ, ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ। ਭੁੱਲਣਾ ਨਾ, ਤੁਸੀਂ ਚਾਹੇ ਜੋ ਵੀ ਕਰੋ ਉਹਨੂੰ ਪੂਰਾ ਜੀ ਲਾ ਕੇ ਕਰਨਾ। ਜ਼ਿੰਦਗੀ ਜੀਣ ਦਾ ਇਹ ਸਭ ਤੋਂ ਸਹੀ ਤਰੀਕਾ ਹੈ। ਥੋੜੀ ਜਿਹੀ ਉਦਾਸੀ ਅਤੇ ਥੋੜੀ ਜਿਹੀ ਖੁਸ਼ੀ ਨਾਲ ਤਿੰਨੋਂ ਪਿਗਲੈਟਸ ਆਪਣੀ ਮਾਂ ਨੂੰ ਮਿਲ ਕੇ ਨਿਕਲ ਪਏ। ਥੋੜੀ ਦੇਰ ਚੱਲਣ ਮਗਰੋਂ ਉਹਨਾਂ ਨੂੰ ਇੱਕ ਜ਼ਮੀਨ ਮਿਲੀ ਜਿੱਥੇ ਉਹ ਆਪਣਾ ਘਰ ਬਣਾ ਸਕਦੇ ਸੀ। ਸਭ ਤੋਂ ਨਿੱਕੇ ਪਿਗਲੈਟ ਨੇ ਕਾਂ ਨਾਲ ਆਪਣਾ ਘਰ ਬਣਾਉਣ ਦੀ ਸੋਚੀ। ਉਹਨੂੰ ਲੱਗਿਆ ਫਟਾਫਟ ਸੌਖੇ ਹੀ ਇਹ ਘਰ ਬਣ ਜਾਵੇਗਾ ਅਤੇ ਖੇਲਣ ਲਈ ਬਹੁਤ ਸਮਾਂ ਮਿਲੇਗਾ। ਨਿੱਕੇ ਦਾ ਘਰ ਇੱਕ ਦਿਨ ਵਿੱਚ ਬਣ ਕੇ ਤਿਆਰ ਹੋ ਗਿਆ। ਉਹਨੇ ਆਪਣੇ ਭਰਾ ਨੂੰ ਕਿਹਾ, ਵੇਖੋ ਮੇਰਾ ਘਰ ਬਣ ਗਿਆ। ਵੱਡਾ ਪਿਗਲੈਟ ਘਰ ਨੂੰ ਵੇਖ ਕੇ ਬੋਲਿਆ, ਓਹੋ, ਆ ਘਰ ਤਾਂ ਬਿਲਕੁਲ ਵੀ ਟਿਕਾਊ ਨਹੀਂ ਹੈ। ਅਸੀਂ ਭੇੜੀਏ ਤੋਂ ਕਿਵੇਂ ਬਚਾਂਗੇ? ਨਿੱਕੇ ਨੇ ਵੱਡੇ ਦੀ ਗੱਲ ਨੂੰ ਰਫਾ ਦਫਾ ਕਰ ਦਿੱਤਾ। ਟੈਨਸ਼ਨ ਨਾ ਲਵੋ, ਕੁਝ ਨਹੀਂ ਹੋਵੇਗਾ। ਬਾਅਦ ਚ ਫੇਰ ਨਾ ਕਹਿਣਾ ਕਿ ਕਿਸੇ ਨੇ ਕਿਹਾ ਨਹੀਂ। ਪਿਛਲੇ ਪਿਗਲੈਟ ਨੇ ਆਪਣਾ ਘਰ ਲੱਕੜੀ ਨਾਲ ਬਣਾਉਣ ਦੀ ਸੋਚੀ। ਜੰਗਲ ਵਿੱਚੋਂ ਟਹਿਣੀਆਂ ਇਕੱਠੀਆਂ ਕਰਕੇ ਉਹ ਆਪਣੇ ਕੰਮ ਵਿੱਚ ਲੱਗ ਗਿਆ। ਤੀਜੇ ਦਿਨ ਵਿਚਲੇ ਦਾ ਘਰ ਵੀ ਬਣ ਗਿਆ। ਇਹ ਘਰ ਘਾਹ ਵਾਲੇ ਘਰ ਨਾਲੋਂ ਜ਼ਿਆਦਾ ਟਿਕਾਊ ਸੀ। ਵੱਡਾ ਉਹਦੇ ਘਰ ਨੂੰ ਵੇਖ ਕੇ ਬੋਲਿਆ, ਤੂੰ ਬੜੀ ਮਿਹਨਤ ਨਾਲ ਬਣਾਇਆ ਇਸ ਨੂੰ, ਬੜਾ ਸੁੰਦਰ ਘਰ ਹੈ, ਪਰ ਕੀ ਇਸ ਵਿੱਚ ਅਸੀਂ ਭੇੜੀਏ ਤੋਂ ਬਚ ਸਕਾਂਗੇ? ਵਿਚਲਾ ਬੋਲਿਆ, ਬਿਲਕੁਲ ਸੁਰੱਖਿਅਤ ਹੈ, ਕਿਉਂ ਟੈਨਸ਼ਨ ਲੈ ਰਹੇ ਹੋ? ਬਾਅਦ ਵਿੱਚ ਨਹੀਂ ਕਹਿਣਾ ਕਿ ਕਿਸੇ ਨੇ ਕਿਹਾ ਨਹੀਂ। ਨਿੱਕਾ ਅਤੇ ਵਿਚਲਾ ਜਦੋਂ ਆਪਣੇ ਆਪਣੇ ਘਰ ਵਿੱਚ ਮੌਜਾਂ ਲੈ ਰਹੇ ਸੀ, ਵੱਡਾ ਆਪਣਾ ਘਰ ਬਣਾ ਰਿਹਾ ਸੀ। ਉਹ ਇੱਟਾਂ ਅਤੇ ਪੱਥਰਾਂ ਨਾਲ ਆਪਣਾ ਘਰ ਬਣਾ ਰਿਹਾ ਸੀ। ਬਾਕੀ ਦੋਨਾਂ ਨੂੰ ਲੱਗ ਰਿਹਾ ਸੀ ਕਿ ਉਹ ਫਿਜ਼ੂਲ ਹੀ ਇੰਨਾ ਕੰਮ ਕਰ ਰਿਹਾ ਹੈ। ਉਹ ਦੋਨੋਂ ਖੇਲ ਕੂਦ ਕੇ ਆਪਣਾ ਸਮਾਂ ਬਿਤਾ ਰਹੇ ਸੀ। ਜਦੋਂ ਸਾਡੇ ਵਰਗਾ ਛੇਤੀ ਛੇਤੀ ਘਰ ਬਣ ਸਕਦਾ ਹੈ ਤਾਂ ਇੰਨੀ ਮਿਹਨਤ ਕਿਉਂ? ਕਿੰਨਾ ਡਰਦਾ ਏ। ਵੱਡੇ ਨੇ ਉਹਨਾਂ ਦੀ ਗੱਲਾਂ ਉੱਤੇ ਧਿਆਨ ਨਹੀਂ ਦਿੱਤਾ। ਪੂਰੇ 7 ਦਿਨ ਮਿਹਨਤ ਕਰਕੇ ਉਹਨੇ ਆਪਣਾ ਸ਼ਾਨਦਾਰ ਅਤੇ ਮਜ਼ਬੂਤ ਘਰ ਬਣਾਇਆ। ਅਗਲੇ ਹੀ ਦਿਨ ਇੱਕ ਭੁੱਖਾ ਭੇੜੀਆ ਉਹਨਾਂ ਦੇ ਇਲਾਕੇ ਵਿੱਚ ਆਇਆ। ਉਹਨੇ ਘਾਹ ਦਾ ਘਰ ਵੇਖਿਆ ਤੇ ਉਹ ਰੁਕ ਗਿਆ। ਨਿੱਕਾ ਸੋਫੇ ਉੱਤੇ ਬੈਠਾ ਆਰਾਮ ਫਰਮਾ ਰਿਹਾ ਸੀ। ਭੇੜੀਏ ਨੇ ਬੂਹਾ ਖੜਕਾਇਆ। दरवाजा खोलो, मैं अंदर आना है। नहीं खोलोगे तो 2-4 फूक मार के घर उड़ा दियांगा। ਤੁਸੀਂ ਕੁਝ ਨਹੀਂ ਕਰ ਸਕਦੇ। ਮੇਰਾ ਘਰ ਬਹੁਤ ਮਜ਼ਬੂਤ ਹੈ।
ਭੇੜੀਏ ਨੇ ਜ਼ੋਰ ਨਾਲ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ ਅਤੇ ਘਰ ਟੁੱਟ ਗਿਆ। ਨਿੱਕਾ ਜੀਵੇ ਤੀਵੇ ਭੱਜ ਕੇ ਨਿਕਲ ਗਿਆ ਅਤੇ ਭੱਜਦਾ ਹੋਇਆ ਵਿਚਲੇ ਦੇ ਲੱਕੜੀ ਵਾਲੇ ਘਰ ਪਹੁੰਚ ਗਿਆ। ਉਹਦੇ ਬੂਹਾ ਖੜਕਾਉਂਦੇ ਹੀ ਵਿਚਲੇ ਨੇ ਬੂਹਾ ਖੋਲ ਦਿੱਤਾ ਅਤੇ ਨਿੱਕਾ ਅੰਦਰ ਜਾ ਕੇ ਲੁਕ ਗਿਆ। ਛੇਤੀ ਬੰਦ ਕਰ ਬੂਹਾ, ਭੇੜੀਆ ਆ ਜਾਵੇਗਾ। ਘਬਰਾ ਨਾ, ਉਹ ਇਸ ਘਰ 'ਚ ਨਹੀਂ ਆ ਸਕਦਾ। ਉਸੇ ਵੇਲੇ ਭੇੜੀਆ ਉੱਥੇ ਪਹੁੰਚਿਆ ਅਤੇ ਆਵਾਜ਼ ਮਾਰੀ, दरवाजा खोलो, मैं अंदर आना है। नहीं खोलोगे तो 2-4 फूक मार के घर तोड़ दियांगा। ਕੁਛ ਨਹੀਂ ਕਰ ਸਕਦਾ ਤੂੰ। ਭੇੜੀਏ ਨੇ ਜ਼ੋਰ ਨਾਲ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ ਅਤੇ ਘਰ ਟੁੱਟ ਗਿਆ। ਜੀਵੇ ਤੀਵੇ ਦੋਨੋਂ ਭਰਾ ਭੱਜ ਕੇ ਵੱਡੇ ਦੇ ਘਰ ਪਹੁੰਚੇ। ਵੱਡੇ, ਭੇੜੀਆ ਪਿੱਛੇ ਪਿਆ ਹੈ, ਕੀ ਕਰੀਏ? ਵੱਡੇ ਨੇ ਉਹਨਾਂ ਨੂੰ ਭਰੋਸਾ ਦਿੱਤਾ। ਟੈਨਸ਼ਨ ਨਹੀਂ ਲੈਣੀ, ਏਦਾਂ ਦਾ ਕੁਛ ਨਹੀਂ ਹੋਣਾ। ਥੋੜੀ ਦੇਰ ਬਾਅਦ ਉਹ ਭੁੱਖਾ ਭੇੜੀਆ ਇੱਥੇ ਵੀ ਪਹੁੰਚ ਗਿਆ। दरवाजा खोलो, मैं अंदर आना है। नहीं खोलोगे तो 2-4 फूक मार के घर तोड़ दियांगा। ਕੋਸ਼ਿਸ਼ ਵੀ ਨਾ ਕਰਨਾ, ਏਦਾਂ ਦਾ ਕੁਝ ਵੀ ਨਹੀਂ ਕਰ ਸਕੇਗਾ। ਭੇੜੀਏ ਨੇ ਗੁੱਸੇ ਵਿੱਚ ਆਪਣੇ ਮੂੰਹ ਵਿੱਚੋਂ ਸਾਹ ਛੱਡਿਆ, ਪਰ ਉਹ ਘਰ ਹਿੱਲਿਆ ਵੀ ਨਹੀਂ, ਪੋਰਾ ਵੀ ਨਹੀਂ, ਇੱਕ ਇੱਟ ਵੀ ਨਹੀਂ ਹਿਲਾ ਸਕਿਆ। ਉਹ ਥੱਕ ਹਾਰ ਕੇ ਉਹਨੇ ਦੂਜੀ ਤਰਕੀਬ ਸੋਚੀ। ਘਰ ਦੇ ਉੱਤੇ ਇੱਕ ਚਿਮਨੀ ਸੀ ਅਤੇ ਉਹ ਉਹਦੇ ਉੱਤੇ ਚੜਨ ਲੱਗ ਪਿਆ। ਉਹਨੂੰ ਚੜਦੇ ਹੋਏ ਵੇਖ ਕੇ ਉਹਨੂੰ ਅੰਦਰ ਆਉਣ ਤੋਂ ਰੋਕਣ ਵਾਸਤੇ ਵੱਡੇ ਨੇ ਫਾਇਰਪਲੇਸ ਵਿੱਚ ਅੱਗ ਬਾਲ ਦਿੱਤੀ ਅਤੇ ਇੱਕ ਪਾਣੀ ਦਾ ਭਾਂਡਾ ਉਹਦੇ ਉੱਤੇ ਰੱਖ ਦਿੱਤਾ। ਭੇੜੀਆ ਚਿਮਨੀ ਦੇ ਉੱਤੇ ਪਹੁੰਚਦੇ ਹੀ ਚਿਮਨੀ ਦੇ ਅੰਦਰ ਉਤਰਨ ਲੱਗ ਪਿਆ ਅਤੇ ਸਿੱਧਾ ਉਬਲਦੇ ਹੋਏ ਪਾਣੀ ਵਿੱਚ ਡਿੱਗਿਆ। बचाओ, चल गया। ओए बचाओ। ਤਿੰਨੋਂ ਭਰਾ ਭੇੜੀਏ ਨੂੰ ਹਰਾ ਕੇ ਇੱਕ ਦੂਜੇ ਨਾਲ ਗਲੇ ਮਿਲੇ। ਤਿੰਨੋਂ ਭਰਾ ਅਗਲੇ ਦਿਨ ਆਪਣੀ ਕਹਾਣੀ ਸੁਣਾਉਣ ਲਈ ਮਾਂ ਕੋਲ ਗਏ। ਨਿੱਕਾ ਸਭ ਤੋਂ ਪਹਿਲਾਂ ਬੋਲਿਆ, ਤੁਸੀਂ ਸਹੀ ਕਿਹਾ ਸੀ। ਜਿਹੜਾ ਵੀ ਕੰਮ ਕਰੋਗੇ ਪੂਰਾ ਜੀ ਲਾ ਕੇ ਕਰਨਾ, ਪੂਰਾ ਜੀ ਲਾ ਕੇ ਕਰੋਗੇ ਤਾਂ ਹੀ ਕਾਮਯਾਬੀ ਮਿਲੇਗੀ। ਉਸ ਦਿਨ ਤੋਂ ਬਾਅਦ ਨਿੱਕੇ ਅਤੇ ਵਿਚਲੇ ਨੇ ਆਲਸ ਛੱਡ ਦਿੱਤਾ। ਵੱਡੇ ਭਰਾ ਵਰਗੀ ਮਿਹਨਤ ਕਰਨ ਲੱਗ ਪਏ ਅਤੇ ਹਸੀ ਖੁਸ਼ੀ ਜ਼ਿੰਦਗੀ ਜੀਂਦੇ ਰਹੇ। ਇੱਕ ਛੋਟੇ ਜਿਹੇ ਫਾਰਮ ਤੇ ਇੱਕ ਕਿਊਟ ਜਿਹੀ ਡਕ ਫੈਮਿਲੀ ਰਹਿੰਦੀ ਸੀ। ਮੰਮੀ ਡਕ ਆਪਣੇ ਅੰਡਿਆਂ ਤੇ ਬਹਿ ਕੇ ਉਹਦੇ ਵਿੱਚੋਂ ਆਪਣੇ ਬੱਚਿਆਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉਹ ਪੂਰੇ 7 ਅੰਡੇ ਸੀ। ਇੱਕ ਸੁਨਹਿਰੀ ਸਵੇਰ ਅੰਡਿਆਂ ਤੋਂ ਬੱਚੇ ਬਾਹਰ ਆਉਣ ਲੱਗੇ। ਛੇਤੀ ਹੀ ਉਹਨਾਂ ਵਿੱਚੋਂ 6 ਡਕਲਿੰਗਸ ਬਾਹਰ ਆ ਗਏ। ਡਕਲਿੰਗਸ ਆਪਣੀ ਇਸ ਨਵੀਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਕੁਐਕ ਕੁਐਕ ਕਰਦੇ ਹੋਏ ਆਪਣੀ ਮਾਂ ਦੇ ਆਲੇ ਦੁਆਲੇ ਘੁੰਮ ਰਹੇ ਸੀ। ਪਰ ਉਹਨਾਂ ਅੰਡਿਆਂ ਵਿੱਚੋਂ ਜੋ ਸਭ ਤੋਂ ਵੱਡਾ ਅੰਡਾ ਸੀ, ਉਹਦੇ ਵਿੱਚੋਂ ਬੱਚਾ ਬਾਹਰ ਆਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਬਾਹਰ ਨਹੀਂ ਆ ਪਾ ਰਿਹਾ ਸੀ ਅਤੇ ਇਸੇ ਵਜ੍ਹਾ ਕਰਕੇ ਮਾਂ ਡਕ ਬਹੁਤ ਪਰੇਸ਼ਾਨ ਹੋ ਗਈ। ਮਦਰ ਡਕ ਨੇ ਥੋੜੀ ਦੇਰ ਹੋਰ ਇੰਤਜ਼ਾਰ ਕਰਨ ਦੀ ਸੋਚੀ ਤੇ ਫਿਰ ਉਹ ਆਖਰੀ 7ਵਾਂ ਅੰਡਾ ਫੁੱਟਿਆ। ਉਹ ਡਕਲਿੰਗ ਬਹੁਤ ਹੀ ਉਲਝਣ ਭਰੀਆਂ ਨਜ਼ਰਾਂ ਨਾਲ ਇੱਧਰ ਉੱਧਰ ਵੇਖ ਰਿਹਾ ਸੀ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਹਦੀ ਮਾਂ ਅਤੇ ਉਹਦੇ ਭੈਣ ਭਰਾ ਵੀ ਉਹਨੂੰ ਉਲਝਣ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ, ਕਿਉਂਕਿ ਉਹ ਡਕਲਿੰਗ ਬਿਲਕੁਲ ਵੀ ਆਪਣੇ ਭੈਣ ਭਰਾਵਾਂ ਵਰਗਾ ਨਹੀਂ ਦਿਸ ਰਿਹਾ ਸੀ। ਉਹ ਥੋੜਾ ਚੌੜਾ ਸੀ ਅਤੇ ਉਹਦੇ ਭੂਰੇ ਤੇ ਚਿੱਟੇ ਪੰਖ ਸੀ। ਬਾਕੀ ਡਕਲਿੰਗਸ ਉਹਦੇ ਤੇ ਹੱਸਣ ਲੱਗੇ। ਤੂੰ ਕਿੰਨਾ ਬਦਸੂਰਤ ਨਜ਼ਰ ਆ ਰਿਹਾ ਹੈ। ਤੂੰ ਬਿਲਕੁਲ ਸਾਡੇ ਵਾਂਗ ਨਹੀਂ ਦਿਸਦਾ। ਮੈਨੂੰ ਸਮਝ ਨਹੀਂ ਆ ਰਿਹਾ ਤੂੰ ਕਿਵੇਂ ਆਪਣੇ ਭੈਣ ਭਰਾਵਾਂ ਵਰਗਾ ਨਜ਼ਰ ਨਹੀਂ ਆਉਂਦਾ।
बदसूरत 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 बदसूरत। ਕੁਝ ਸਮੇਂ ਬਾਅਦ ਸਾਰੇ ਡਕਲਿੰਗਸ ਥੋੜੇ ਵੱਡੇ ਹੋਣ ਲੱਗੇ, ਪਰ ਇਹ ਡਕਲਿੰਗ ਬਾਕੀਆਂ ਦੇ ਮੁਕਾਬਲੇ ਕਾਫੀ ਵੱਡਾ ਲੱਗ ਰਿਹਾ ਸੀ ਅਤੇ ਉਹਦੇ ਪੰਖਾਂ ਦੇ ਰੰਗ ਵੀ ਅਜੀਬ ਲੱਗ ਰਹੇ ਸੀ। ਤੂੰ ਕਿੰਨੀ ਛੇਤੀ ਵੱਡਾ ਹੋ ਗਿਆ ਤੇ ਇੰਨਾ ਅਲੱਗ ਕਿਵੇਂ ਹੋ ਗਿਆ? ਵਕਤ ਗੁਜ਼ਰਦਾ ਗਿਆ ਅਤੇ ਉਹ ਬਦਸੂਰਤ ਡਕਲਿੰਗ ਹੋਰ ਵੀ ਅਜੀਬ ਅਤੇ ਭੱਦਾ ਦਿਸਣ ਲੱਗਾ। ਉਹਦੇ ਕੋਈ ਵੀ ਭੈਣ ਭਰਾ ਉਹਦੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ। ਅਸੀਂ ਤੇਰੇ ਨਾਲ ਨਹੀਂ ਖੇਡਾਂਗੇ, ਤੂੰ ਬੜਾ ਬਦਸੂਰਤ ਹੈ। ਖੇਤ ਦੇ ਬਾਕੀ ਸਾਰੇ ਜਾਨਵਰ ਵੀ ਉਸ ਬਦਸੂਰਤ ਡਕਲਿੰਗ ਦਾ ਮਜ਼ਾਕ ਉਡਾਉਂਦੇ ਸੀ। ਬਦਸੂਰਤ ਡਕਲਿੰਗ। ਨਾ 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 ਬਦਸੂਰਤ ਡਕਲਿੰਗ। ਉਸ ਦੀ ਮਾਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਰਹਿੰਦੀ ਸੀ। ਮੇਰੇ ਵਿਚਾਰੇ ਡਕਲਿੰਗ, ਤੂੰ ਬਾਕੀਆਂ ਤੋਂ ਇੰਨਾ ਵੱਖ ਕਿਉਂ ਹੈ? ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਉਹ ਵਿਚਾਰਾ ਡਕਲਿੰਗ ਹੋਰ ਵੀ ਹਤਾਸ਼ ਹੋ ਗਿਆ ਅਤੇ ਉਹਨੂੰ ਬਹੁਤ ਅਜੀਬ ਲੱਗ ਰਿਹਾ ਸੀ। ਸਾਰੀ ਰਾਤ ਉਹ ਇਕੱਲੇ ਰੋਂਦਾ ਰਹਿੰਦਾ ਅਤੇ ਸੋਚਦਾ ਕਿ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ। ਮੈਂ ਇੰਨਾ ਬਦਸੂਰਤ ਕਿਉਂ ਆ? ਮੈਂ ਆਪਣੇ ਭੈਣ ਭਰਾਵਾਂ ਵਰਗਾ ਕਿਉਂ ਨਹੀਂ ਨਜ਼ਰ ਆਉਂਦਾ? ਇੱਕ ਦਿਨ ਕੁਝ ਸ਼ਿਕਾਰੀ ਉਸ ਤਲਾਬ ਦੇ ਕਿਨਾਰੇ ਆ ਪਹੁੰਚੇ ਜਿੱਥੇ ਉਹ ਲੋਕ ਰਹਿੰਦੇ ਸੀ। ਸ਼ਿਕਾਰੀ ਉਹਨਾਂ ਡਕਸ ਦਾ ਸ਼ਿਕਾਰ ਕਰਨ ਲੱਗੇ। ਮਦਰ ਡਕ ਆਪਣੇ ਬੱਚਿਆਂ ਦੇ ਲਈ ਖਾਣਾ ਤਲਾਸ਼ ਕਰ ਰਹੀ ਸੀ ਕਿ ਅਚਾਨਕ ਉਹ ਉਹਨਾਂ ਸ਼ਿਕਾਰੀਆਂ ਦੇ ਚੰਗੁਲ ਵਿੱਚ ਫਸ ਗਈ। ਉਸ ਵਿਚਾਰੇ ਬਦਸ਼ਕਲ ਡਕਲਿੰਗ ਨੂੰ ਪਤਾ ਹੀ ਨਹੀਂ ਸੀ ਕਿ ਉਹਦੀ ਮਾਂ ਦੇ ਨਾਲ ਕੀ ਹੋਇਆ ਹੈ। ਉਹ ਮਾਂ ਦੀ ਵਾਪਸ ਆਉਣ ਦਾ ਸਵੇਰ ਤੱਕ ਇੰਤਜ਼ਾਰ ਕਰ ਰਿਹਾ ਸੀ। ਵਿਚਾਰੇ ਨੂੰ ਪਤਾ ਹੀ ਨਹੀਂ ਸੀ ਕਿ ਕੀ ਕਰੇ। ਸਭ ਤੋਂ ਪਹਿਲਾਂ ਉਹ ਕੁੱਤੇ ਦੇ ਕੋਲ ਗਿਆ। ਕੁੱਤੇ ਨੇ ਉਹਨੂੰ ਚਲੇ ਜਾਣ ਨੂੰ ਕਿਹਾ। ਚਲਾ ਜਾ ਇੱਥੋਂ, ਕਿਧਰੇ ਕੋਈ ਮੈਨੂੰ ਤੇਰੇ ਵਰਗੇ ਬਦਸੂਰਤ ਡਕਲਿੰਗ ਨਾਲ ਗੱਲ ਕਰਦੇ ਨਾ ਵੇਖ ਲਵੇ। ਕੁਝ ਦੇਰ ਬਾਅਦ ਉਹ ਮੁਰਗੀ ਦੇ ਕੋਲ ਗਿਆ, ਪਰ ਉਸ ਮੁਰਗੀ ਨੇ ਵੀ ਉਹਦਾ ਮਜ਼ਾਕ ਉਡਾਇਆ। ਮੈਂ ਵੀ ਤੇਰੇ ਤੋਂ ਚੰਗੀ ਨਜ਼ਰ ਆਉਂਦੀ ਆ। ਪਕ ਪਕ ਪਕ। ਬਦਸੂਰਤ ਡਕਲਿੰਗ ਬਹੁਤ ਹੀ ਉਦਾਸ ਹੋ ਗਿਆ ਸੀ। ਮੈਂ ਇੱਥੇ ਕਿਸੇ ਨੂੰ ਵੀ ਪਸੰਦ ਨਹੀਂ। ਜੇ ਮੇਰੀ ਮਾਂ ਵਾਪਸ ਨਹੀਂ ਆਂਦੀ ਹੈ ਤਾਂ ਮੇਰੇ ਇਸ ਖੇਤ ਵਿੱਚ ਰਹਿਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ। ਉਸੇ ਸਵੇਰ ਉਹ ਡਕਲਿੰਗ ਖੇਤ ਛੱਡ ਕੇ ਚਲਾ ਗਿਆ। ਉਹ ਤੈਰਦੇ ਹੋਏ ਤਲਾਅ ਦੇ ਦੂਜੇ ਕਿਨਾਰੇ ਜਾ ਪਹੁੰਚਿਆ। ਉਹ ਸਾਰੇ ਜਾਨਵਰਾਂ ਨੂੰ ਉਹੀ ਸਵਾਲ ਕਰ ਰਿਹਾ ਸੀ। ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਕੀ ਤੁਸੀਂ ਕਿਸੇ ਡੱਕ ਨੂੰ ਵੇਖਿਆ ਜੋ ਮੇਰੇ ਵਰਗਾ ਦਿਸਦਾ ਹੋਵੇ? ਉਹਨੂੰ ਸਭ ਕੋਲੋਂ ਇੱਕੋ ਹੀ ਜਵਾਬ ਮਿਲਿਆ। ਉਹਨਾਂ ਨੇ ਇੰਨਾ ਬਦਸ਼ਕਲ ਡਕਲਿੰਗ ਪਹਿਲਾਂ ਕਦੇ ਨਹੀਂ ਵੇਖਿਆ। ਵਿਚਾਰੇ ਡਕਲਿੰਗ ਨੇ ਆਪਣਾ ਸਫ਼ਰ ਤੈਅ ਕੀਤਾ ਅਤੇ ਦੂਜੇ ਤਲਾਅ ਵਿੱਚ ਜਾ ਪਹੁੰਚਿਆ। ਉੱਥੇ ਵੀ ਉਹਨੇ ਉਹੀ ਸਵਾਲ ਸਭ ਤੋਂ ਪੁੱਛਿਆ। ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਇੱਥੇ ਆਸੇ-ਪਾਸੇ ਬਹੁਤ ਸ਼ਿਕਾਰੀ ਹਨ। ਤੂੰ ਫਟਾਫਟ ਇੱਥੋਂ ਚਲਿਆ ਜਾ। ਬਦਸੂਰਤ ਡਕਲਿੰਗ ਉੱਥੋਂ ਨਿਕਲ ਗਿਆ। ਛੇਤੀ ਉਹ ਇੱਕ ਹੋਰ ਤਲਾਬ ਵਿੱਚ ਪਹੁੰਚਿਆ। ਇਸ ਵਾਰ ਉੱਥੇ ਕੋਈ ਵੀ ਨਹੀਂ ਸੀ। ਉਹ ਇਕੱਲਾ ਹੀ ਸੀ। ਜੇ ਕਿਸੇ ਨੂੰ ਵੀ ਮੈਂ ਪਸੰਦ ਨਹੀਂ ਤਾਂ ਮੈਂ ਇੱਥੇ ਹੀ ਲੁੱਕ ਕੇ ਰਹਿਣਾ ਪੂਰੀ ਜ਼ਿੰਦਗੀ। ਮਹੀਨੇ ਗੁਜ਼ਰਦੇ ਗਏ। ਇਕੱਲੇ ਹੋਣ ਦੇ ਬਾਵਜੂਦ ਉਹ ਬਹੁਤ ਖੁਸ਼ ਸੀ। ਇੱਕ ਦਿਨ ਉਹਨੇ ਵੇਖਿਆ ਕਿ ਚਿੱਟੀ ਲੰਮੀ ਗਰਦਨ ਵਾਲੇ ਪੰਛੀਆਂ ਦਾ ਇੱਕ ਝੁੰਡ ਦੱਖਣ ਵੱਲ ਨੂੰ ਵੱਧ ਰਿਹਾ ਸੀ। ਬਦਸੂਰਤ ਡਕਲਿੰਗ ਤਾਰੀਫ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਵੇਖ ਰਿਹਾ ਸੀ। ਕਿੰਨੇ ਸੋਹਣੇ ਹਨ ਉਹ, ਕਾਸ਼ ਮੈਂ ਵੀ ਉਹਨਾਂ ਦੀ ਤਰ੍ਹਾਂ ਦਿਸਦਾ। ਸਰਦੀ ਦਾ ਮੌਸਮ ਆ ਗਿਆ ਅਤੇ ਬਰਫ਼ ਪੈਣ ਲੱਗੀ। ਬਦਸੂਰਤ ਡਕਲਿੰਗ ਨੂੰ ਪਹਿਲੀ ਬਰਫ਼ ਗਿਰਨ ਦੇ ਨਜ਼ਾਰੇ ਨਾਲ ਪਿਆਰ ਹੋ ਗਿਆ। ਖੇਡਦੇ ਹੋਏ ਉਹ ਪੂਰਾ ਬਰਫ਼ ਨਾਲ ਢੱਕ ਗਿਆ। ਕਾਫੀ ਬਰਫ਼ ਗਿਰਨ ਦੀ ਵਜ੍ਹਾ ਨਾਲ ਉਹਨੂੰ ਖਾਣਾ ਲੱਭਣ ਵਿੱਚ ਦਿੱਕਤ ਹੋ ਰਹੀ ਸੀ। ਇਸ ਲਈ ਉਹ ਤੁਰਦਾ ਹੀ ਜਾ ਰਿਹਾ ਸੀ ਖਾਣੇ ਦੀ ਤਲਾਸ਼ ਵਿੱਚ। ਉਹ ਠੰਡ ਨਾਲ ਕੰਬ ਰਿਹਾ ਸੀ ਅਤੇ ਥੱਕਿਆ ਹੋਇਆ ਵੀ ਸੀ। ਉਹ ਇੱਕ ਕਿਸਾਨ ਦੇ ਕੋਲ ਪਹੁੰਚਿਆ।
ਕਿਸਾਨ ਨੂੰ ਉਹਦੇ ਤੇ ਤਰਸ ਆਇਆ ਅਤੇ ਉਹਨੇ ਉਹਨੂੰ ਆਪਣਾ ਜੈਕਟ ਦੇ ਦਿੱਤਾ। ਵਿਚਾਰਾ ਡਕ, ਤੂੰ ਕਿੰਨਾ ਠੰਡਾ ਪੈ ਗਿਆ ਹੈ। ਮੈਂ ਤੈਨੂੰ ਘਰ ਲੈ ਜਾ ਕੇ ਤੇਰੀ ਦੇਖਭਾਲ ਕਰਾਂਗਾ ਤੇਰੇ ਵੱਡੇ ਹੋਣ ਤੱਕ। ਕਿਸਾਨ ਨੇ ਜਿਵੇਂ ਕਿਹਾ ਉਵੇਂ ਹੀ ਕੀਤਾ। ਡਕਲਿੰਗ ਦੇ ਵੱਡੇ ਹੁੰਦੇ ਹੁੰਦੇ ਬਸੰਤ ਰੁੱਤ ਵੀ ਆ ਗਈ ਸੀ। ਬਦਸੂਰਤ ਡਕਲਿੰਗ ਨੂੰ ਘੁੰਮਣ ਦੇ ਲਈ ਜ਼ਿਆਦਾ ਥਾਂ ਮਿਲੇ, ਇਸ ਲਈ ਕਿਸਾਨ ਨੇ ਉਹਨੂੰ ਤਲਾਅ ਵਿੱਚ ਛੱਡਣ ਦੀ ਸੋਚੀ। ਫਿਰ ਇੱਕ ਵਾਰ ਕੱਲਿਆਂ ਕੁਝ ਸਮੇਂ ਬਾਅਦ ਡਕਲਿੰਗ ਨੇ ਆਪਣਾ ਖੁਦ ਦਾ ਪਰਛਾਵਾਂ ਪਾਣੀ ਦੇ ਅੰਦਰ ਵੇਖਿਆ। ਪਰ ਜੋ ਉਹਨੇ ਵੇਖਿਆ ਉਹਨੂੰ ਵੇਖ ਕੇ ਹੈਰਾਨ ਹੋ ਗਿਆ। ਪਹਿਲਾਂ ਤਾਂ ਉਹ ਆਪਣੇ ਆਪ ਨੂੰ ਪਛਾਣ ਹੀ ਨਹੀਂ ਸਕਿਆ। ਉਹਨੂੰ ਲੱਗਿਆ ਉਹਦੇ ਪਿੱਛੇ ਕੋਈ ਹੋਰ ਖੜਾ ਹੈ, ਇਸ ਲਈ ਉਹਨੇ ਆਪਣੇ ਪੰਖਾਂ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਹਦਾ ਪਰਛਾਵਾਂ ਵੀ ਉਹੀ ਕਰ ਰਿਹਾ ਸੀ। ਉਹਨੇ ਆਪਣੀ ਗਰਦਨ ਨੂੰ ਖਿੱਚ ਕੇ ਬਾਹਰ ਕੀਤਾ ਤੇ ਉਹਨੇ ਪਾਣੀ ਵਿੱਚ ਹੁੰਦਿਆਂ ਵੀ ਵੇਖਿਆ। ਤਾਂ ਉਹਨੂੰ ਇਹ ਯਕੀਨ ਹੋ ਗਿਆ ਕਿ ਉਹ ਕੋਈ ਹੋਰ ਨਹੀਂ ਸਗੋਂ ਖੁਦ ਹੈ। ਮੈਂ ਕਿੰਨਾ ਬਦਲ ਗਿਆ ਹਾਂ। ਮੈਂ ਅਸਮਾਨ ਤੇ ਉੜਦੇ ਪੰਛੀਆਂ ਵਾਂਗ ਦਿਸ ਰਿਹਾ ਹਾਂ। ਮੈਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਜਦੋਂ ਉਹ ਤਲਾਅ ਵਿੱਚ ਤੈਰਦੀ ਹੋਈ ਜਾ ਰਿਹਾ ਸੀ, ਰਸਤੇ ਵਿੱਚ ਉਹਨੂੰ ਹੰਸਾਂ ਦਾ ਝੁੰਡ ਮਿਲਿਆ। ਕਿਉਂਕਿ ਹੁਣ ਉਹ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਸੀ, ਉਹਨਾਂ ਨੇ ਉਹਨੂੰ ਆਪਣੇ ਨਾਲ ਲੈ ਲਿਆ। ਉਹ ਬਦਸੂਰਤ ਡਕਲਿੰਗ ਹੁਣ ਉਹਨਾਂ ਹੰਸਾਂ ਦੇ ਨਾਲ ਖੁਸ਼ੀ ਨਾਲ ਤੈਰਦੇ ਹੋਏ ਜਾ ਰਿਹਾ ਸੀ। ਇੱਕ ਮੁੰਡਾ ਜੋ ਤਲਾਅ ਦੇ ਕਿਨਾਰੇ ਸੀ, ਇਹਨਾਂ ਹੰਸਾਂ ਨੂੰ ਵੇਖ ਕੇ ਉੱਚੀ ਉੱਚੀ ਹਾਕਾਂ ਮਾਰ ਕੇ ਆਪਣੇ ਦੋਸਤਾਂ ਨੂੰ ਬੁਲਾਉਣ ਲੱਗਾ। ਓਏ ਉਸ ਛੋਟੇ ਆਲੇ ਨੂੰ ਵੇਖੋ ਜੋ ਸਭ ਤੋਂ ਅਖੀਰ ਵਿੱਚ ਤੈਰ ਰਿਹਾ ਹੈ। ਉਹ ਸਭ ਤੋਂ ਸੋਹਣਾ ਹੰਸ ਹੈਗਾ। ਇਹਨੂੰ ਮੈਂ ਪਹਿਲਾਂ ਕਦੇ ਨਹੀਂ ਵੇਖਿਆ। ਹਾਂ, ਉਹ ਪਹਿਲਾਂ ਤੋਂ ਹੀ ਇੱਕ ਹੰਸ ਸੀ। ਬਦਕਿਸਮਤੀ ਨਾਲ ਉਹ ਅੰਡਾ ਬਾਕੀ ਡਕਸ ਦੇ ਅੰਡਿਆਂ ਦੇ ਨਾਲ ਮਿਲ ਗਿਆ ਸੀ। ਪਰ ਹੁਣ ਉਹ ਆਪਣੇ ਅਸਲੀ ਪਰਿਵਾਰ ਦੇ ਨਾਲ ਸੀ ਅਤੇ ਉਹਦੀ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਖੁਸ਼ੀਆਂ ਨਾਲ ਭਰੀ ਸੀ।